ਕੁਆਂਟਮ ਫੀਲਡ ਥਿਊਰੀ ਭਾਗ 13 ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਦੋ ਟੌਪਿਕ ਪੜ੍ਹਾਂਗੇ, ਸਪਿਨਰ ਤੇ ਡੀਰਾਕ ਸਮੀਕਰਨ ਵਿਸ਼ਲੇਸ਼ਣ। ਤਾਂ ਆਓ ਸ਼ੁਰੂਆਤ ਕਰਦੇ ਹਾਂ। ਪਹਿਲਾ ਟੌਪਿਕ ਹੈ ਸਪਿਨਰ, ਅਲਫਾ ਬੀਟਾ। ਹੁਣ ਅਸੀਂ ਇਲੈਕਟ੍ਰੋਨ ਵੱਲ ਪਰਤਦੇ ਹਾਂ ਜੋ ਸਪੇਸ ਵਾਲੇ ਗਤੀ ਕਰਦਾ ਹੋਵੇ, ਤਾਂ ਜੋ ਇਸ ਦੀ ਪੋਜੀਸ਼ਨ ਜਾਂ ਮੋਮੈਂਟਮ ਹੋਵੇ ਤੇ ਸਪਿਨ ਵੀ ਹੋਵੇ। ਇਤਫਾਕ ਨਾਲ ਇਲੈਕਟ੍ਰੋਨ ਦਾ ਸਪਿਨ ਅਤੇ ਪੋਜੀਸ਼ਨ ਇੱਕੋ ਸਮੇਂ ਵਿੱਚ ਨਾਪੇ ਜਾ ਸਕਦੇ ਹਨ। ਸਪਿਨ ਅਤੇ ਮੋਮੈਂਟਮ ਨੂੰ ਵੀ ਇਕੱਠਿਆਂ ਨਾਪਿਆ ਜਾ ਸਕਦਾ ਹੈ। ਜਿਵੇਂ ਪੋਜੀਸ਼ਨ ਅਤੇ ਮੋਮੈਂਟਮ ਨੂੰ ਇਕੱਠਿਆਂ ਨਹੀਂ ਨਾਪਿਆ ਜਾ ਸਕਦਾ, ਉਸੇ ਤਰ੍ਹਾਂ ਸਪਿਨ ਦੇ ਵੱਖਰੇ ਵੱਖਰੇ ਕੰਪੋਨੈਂਟਾਂ ਨੂੰ ਵੀ ਇਕੱਠਿਆਂ ਨਹੀਂ ਨਾਪਿਆ ਜਾ ਸਕਦਾ, ਅਰਥਾਤ ਇੱਕ ਦੂਜੇ ਨਾਲ ਕਮਿਊਟੇਸ਼ਨ ਸੰਬੰਧ ਨਹੀਂ ਰੱਖਦੇ। ਅਸੀਂ ਕਿਸੇ ਇਲੈਕਟ੍ਰੋਨ ਦਾ ਵੇਵ ਫੰਕਸ਼ਨ ਜਾਂ ਅਵਸਥਾ ਵੈਕਟਰ ਕਿਵੇਂ ਲਿਖਾਂਗੇ ਜੇਕਰ ਇਲੈਕਟ੍ਰੋਨ ਦਾ ਸਪਿਨ ਅਤੇ ਪੋਜੀਸ਼ਨ ਦਿੱਤੀ ਹੋਈ ਹੋਵੇ। ਇਸ ਕੰਮ ਲਈ ਅਸੀਂ ਸਪਿਨਰ ਲੈਂਦੇ ਹਾਂ ਜੋ ਅਲਫਾ ਅਤੇ ਬੀਟਾ ਨਾਲ ਬਣਨ ਵਾਲੇ ਦੋ ਕੰਪੋਨੈਂਟਾਂ ਵਾਲੀ ਚੀਜ਼ ਹੁੰਦੇ ਆ, ਤੇ ਇਹਨਾਂ ਸਪਿਨਰਾਂ ਨੂੰ ਅਸੀਂ ਪੋਜੀਸ਼ਨ ਦੇ ਵੇਵ ਫੰਕਸ਼ਨ ਵਿੱਚ ਬਦਲ ਦਿੰਦੇ ਹਾਂ। ਹੁਣ ਇਲੈਕਟ੍ਰੋਨ ਦੀ ਪੂਰੀ ਅਵਸਥਾ ਹੁਣ ਸਿਰਫ ਐਕਸ ਦੇ ਸਧਾਰਨ ਫੰਕਸ਼ਨ ਨਾਲ ਨਹੀਂ ਦਰਸਾਈ ਜਾਂਦੀ, ਸਗੋਂ ਐਕਸ ਦੇ ਦੋ ਫੰਕਸ਼ਨਾਂ ਦੇ ਨਾਲ ਦਰਸਾਈ ਜਾਂਦੀ ਹੈ, ਜਿਨ੍ਹਾਂ ਨੂੰ ਸਾਈ ਅਪ ਅਤੇ ਸਾਈ ਡਾਊਨ ਕਿਹਾ ਜਾਂਦਾ ਹੈ। ਇਹਨਾਂ ਦੋਵੇਂ ਫੰਕਸ਼ਨਾਂ ਨੂੰ ਅਸੀਂ ਕਿਸੇ ਕਾਲਮ ਵਿੱਚ ਜੜ ਸਕਦੇ ਹਾਂ। ਇਲੈਕਟ੍ਰੋਨ ਦਾ ਕੁੱਲ ਵੇਵ ਫੰਕਸ਼ਨ ਫਿਰ ਇਸ ਤਰੀਕੇ ਨਾਲ ਲਿਖਿਆ ਜਾਂਦਾ, ਸਾਈ ਆਫ ਐਕਸ ਅਪ ਤੇ ਸਾਈ ਆਫ ਐਕਸ ਡਾਊਨ। ਯਾਨੀ ਕਿ ਵੇਵ ਫੰਕਸ਼ਨ ਜੋ ਸਾਈ ਆਫ ਐਕਸ ਇਲੈਕਟ੍ਰੋਨ ਦੇ ਲਈ ਲਿਖਦੇ ਹਾਂ ਅਸੀਂ, ਫਿਰ ਉਹ ਦੋ ਪਾਰਟਾਂ 'ਚ ਲਿਖਦੇ ਹਾਂ, ਦੋ ਡਾਇਮੈਂਸ਼ਨਲ ਬਣ ਜਾਂਦਾ ਉਹ ਅਪ ਡਾਊਨ ਦੀ, ਇੱਕ ਅਪ ਵੇਵ ਫੰਕਸ਼ਨ ਤੇ ਇੱਕ ਡਾਊਨ ਵੇਵ ਫੰਕਸ਼ਨ। ਇਸ ਕੰਬਾਈਨਡ ਵੇਵ ਫੰਕਸ਼ਨ ਦਾ ਕੀ ਅਰਥ ਹੋਇਆ? ਇਸ ਦਾ ਅਰਥ ਇਹ ਹੈ ਕਿ ਅਸੀਂ ਇਹ ਨਹੀਂ ਪੁੱਛਦੇ ਕਿ ਇਲੈਕਟ੍ਰੋਨ ਦੇ ਅਪ ਜਾਂ ਡਾਊਨ ਅਵਸਥਾ ਵਿੱਚ ਹੋਣ ਦੀ ਪ੍ਰੋਬੇਬਿਲਿਟੀ ਕੀ ਹੈ, ਸਗੋਂ ਅਸੀਂ ਇੱਕ ਹੋਰ ਸ਼ੁੱਧ ਸਵਾਲ ਪੁੱਛਦੇ ਹਾਂ। ਸ਼ੁੱਧ ਸਵਾਲ ਇਹ ਹੈ ਕਿ ਜੇਕਰ ਕੋਈ ਇਲੈਕਟ੍ਰੋਨ ਪੋਜੀਸ਼ਨ ਐਕਸ ਉੱਤੇ ਖੋਜਿਆ ਜਾਂਦਾ ਹੈ ਤਾਂ ਇਸ ਦੇ ਅਪ ਹੋਣ ਦੀ ਪ੍ਰੋਬੇਬਿਲਿਟੀ ਕੀ ਹੁੰਦੀ ਹੈ। ਇਹ ਪੋਜੀਸ਼ਨ ਐਕਸ ਉੱਤੇ ਨਿਰਭਰ ਕਰ ਸਕਦੀ ਹੈ, ਯਾਨੀ ਕਿ ਇਲੈਕਟ੍ਰੋਨ ਦੇ ਅਪ ਹੋਣ ਦੀ ਪ੍ਰੋਬੇਬਿਲਿਟੀ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਅਸੀਂ ਇਲੈਕਟ੍ਰੋਨ ਨੂੰ ਕਿੱਥੇ ਦੇਖ ਰਹੇ ਹਾਂ। ਇਸ ਗੱਲ ਨੂੰ ਕਲਾਸੀਕਲ ਤੌਰ 'ਤੇ ਕਹਿਣ ਦਾ ਇੱਕ ਹੋਰ ਤਰੀਕਾ ਇਹ ਹੈ ਕਿ ਇਲੈਕਟ੍ਰੋਨ ਦਾ ਸਪਿਨ ਇੱਕ ਸਥਾਨ ਤੋਂ ਦੂਜੇ ਸਥਾਨ ਤੱਕ ਬਦਲਦਾ ਰਹਿੰਦਾ ਹੈ। ਕੁਆਂਟਮ ਮਕੈਨੀਕਲ ਤੌਰ 'ਤੇ ਇਸ ਦੇ ਅਪ ਜਾਂ ਡਾਊਨ ਹੋਣ ਦੀ ਪ੍ਰੋਬੇਬਿਲਿਟੀ ਹੁੰਦੀ ਹੈ। ਇਸ ਲਈ ਸਪੇਸ ਅੰਦਰ ਜਾਂ ਸਪੇਸ ਦੇ ਉੱਤੇ ਹਰੇਕ ਬਿੰਦੂ ਉੱਤੇ ਸਾਡੇ ਕੋਲ ਇੱਕ ਸਪਿਨਰ ਹੁੰਦਾ ਜੋ ਸਾਨੂੰ ਦੱਸਦਾ ਹੈ ਕਿ ਸਪੇਸ ਦੇ ਉਸ ਬਿੰਦੂ ਉੱਤੇ ਇਲੈਕਟ੍ਰੋਨ ਦੇ ਅਪ ਹੋਣ ਦੀ ਪ੍ਰੋਬੇਬਿਲਿਟੀ ਕਿੰਨੀ ਹੁੰਦੀ ਹੈ। ਪ੍ਰੋਬੇਬਿਲਿਟੀ ਵੇਵ ਫੰਕਸ਼ਨ ਦੇ ਸ਼ਬਦਾਂ ਵਿੱਚ ਇਸ ਤਰੀਕੇ ਨਾਲ ਦਰਸਾਈ ਜਾਂਦੀ ਹੈ, ਪੋਜੀਸ਼ਨ ਐਕਸ ਉਤੇ ਸਪਿਨ ਅਪ ਪ੍ਰੋਬੇਬਿਲਿਟੀ
ਸਾਈ ਸਟਾਰ ਅਪ ਆਫ ਐਕਸ ਤੇ ਸਾਈ ਅਪ ਆਫ ਐਕਸ, ਯਾਨੀ ਕਿ ਸਾਈ ਐਕਸ ਦਾ ਜੋ ਕੰਜੂਗੇਟ ਹੈ ਸਾਈ ਸਟਾਰ ਐਕਸ ਦੇ ਨਾਲ ਲਿਖਿਆ ਜਾਂਦਾ, ਸਾਈ ਸਟਾਰ ਆਫ ਐਕਸ, ਤੇ ਦੋਵਾਂ ਦਾ ਜਿਹੜਾ ਸਕੇਅਰ ਹੈ ਇਹ ਪ੍ਰੋਬੇਬਿਲਿਟੀ ਦਰਸਾਉਂਦਾ। ਤੇ ਪੋਜੀਸ਼ਨ ਐਕਸ ਤੇ ਸਪਿਨ ਡਾਊਨ ਦੀ ਪ੍ਰੋਬੇਬਿਲਿਟੀ ਹੈ ਸਾਈ ਸਟਾਰ ਡਾਊਨ ਆਫ ਐਕਸ ਤੇ ਸਾਈ ਡਾਊਨ ਆਫ ਐਕਸ। ਪੋਜੀਸ਼ਨ ਐਕਸ ਤੇ ਦੋਵੇਂ ਪ੍ਰੋਬੇਬਿਲਿਟੀਆਂ ਅਸੀਂ ਇੱਥੇ ਲਿਖ ਦਿੱਤੀਆਂ। ਤਾਂ ਇਸ ਪ੍ਰੋਬੇਬਿਲਿਟੀ ਦੇ ਨਾਲ ਇਲੈਕਟ੍ਰੋਨ ਨੂੰ ਬਿੰਦੂ ਐਕਸ ਉੱਤੇ ਖੋਜਿਆ ਜਾਂਦਾ, ਜਿਸ ਤੋਂ ਬਾਅਦ ਜੀ ਕੰਪੋਨੈਂਟ ਦਾ ਸਪਿਨ ਨਾਪਿਆ ਜਾਂਦਾ ਹੈ, ਜਿਸ ਦੇ ਅਪ ਜਾਂ ਡਾਊਨ ਹੋਣ ਦੀ ਪ੍ਰੋਬੇਬਿਲਿਟੀ ਇਹ ਹੁੰਦੀ ਹੈ। ਤੇ ਪਰ ਹਰੇਕ ਬਿੰਦੂ ਐਕਸ ਦੇ ਉੱਤੇ ਤੁਹਾਨੂੰ ਹੋਰ ਸਾਰੇ ਯੰਤਰਾਂ ਨੂੰ ਇਸ ਰੂਪ ਦੇ ਵਿੱਚ ਸੈੱਟ ਕਰਨਾ ਪੈਂਦਾ ਹੈ। ਇਲੈਕਟ੍ਰੋਨ ਦੀ ਸਾਰੀ ਕਹਾਣੀ ਇੰਨੀ ਕੁ ਹੀ ਹੈ। ਪੋਜੀਸ਼ਨ ਐਕਸ ਤੇ ਸਪਿਨ ਅਪ ਪ੍ਰੋਬੇਬਿਲਿਟੀ ਸਾਈ ਸਟਾਰ ਅਪ ਆਫ ਐਕਸ ਤੇ ਸਾਈ ਅਪ ਐਕਸ ਦਾ ਮਲਟੀਪਲੀਕੇਸ਼ਨ, ਤੇ ਇਸੇ ਤਰ੍ਹਾਂ ਡਾਊਨ ਵਾਲੀ ਪ੍ਰੋਬੇਬਿਲਿਟੀ ਹੁੰਦੀ ਹੈ। ਇਲੈਕਟ੍ਰੋਨ ਇੱਕ ਅਜਿਹਾ ਕਣ ਹੁੰਦਾ ਜੋ ਇੱਕ ਵੇਵ ਫੰਕਸ਼ਨ ਦੇ ਨਾਲ ਦਰਸਾਇਆ ਜਾਂਦਾ, ਜੋ ਦੋ ਕੰਪੋਨੈਂਟ ਰੱਖਦਾ ਹੈ, ਜੋ ਇਲੈਕਟ੍ਰੋਨ ਦੇ ਅਪ ਜਾਂ ਡਾਊਨ ਹੋਣ ਦਾ ਐਂਪਲੀਟਿਊਡ ਹੁੰਦੇ ਹਨ। ਇਸ ਤੋਂ ਬਾਅਦ 5 1 2 3 ਅਗਲੇ ਟੌਪਿਕ ਦਾ ਨਾਮ ਇਸ ਦੇ ਵਿੱਚ। ਸਪਿਨ 1 ਦੇ ਕਣ ਬਾਰੇ ਕੀ ਖਿਆਲ ਹੈ? ਉਹ ਵੀ ਲਗਭਗ ਕੁਝ ਇਸੇ ਤਰ੍ਹਾਂ ਦਾ ਹੀ ਹੁੰਦਾ। ਸਪਿਨ ਇੱਕ ਕਣ ਦੇ ਲਈ ਵੇਵ ਫੰਕਸ਼ਨ ਨੂੰ ਅਸੀਂ ਗ੍ਰੀਕ ਲੈਟਰ ਫਾਈ ਦੇ ਨਾਲ ਲਿਖਦੇ ਹਾਂ, ਜੋ ਫੋਟੋਨਾਂ ਦੇ ਨਾਲ ਮਿਲਦਾ ਜੁਲਦਾ ਹੈ। ਫਾਈ ਕਾਰਨ ਫੋਟੋਨ ਅੱਖਰ ਚੁਣਿਆ ਜਾਂਦਾ, ਕਿਉਂਕਿ ਫਾਈ ਵੀ ਫੱਫੇ ਤੋਂ ਪੈਂਦਾ ਤੇ ਫੋਟੋਨ ਵੀ। ਫਾਈ ਦੇ 3 ਹਿੱਸੇ ਬਣਦੇ ਹਨ। ਸਪਿਨ 1 ਕਣ ਦੇ ਲਈ ਵੇਵ ਫੰਕਸ਼ਨ ਫਾਈ 1 ਆਫ ਐਕਸ, ਫਾਈ 2 ਆਫ ਐਕਸ ਤੇ ਫਾਈ 3 ਆਫ ਐਕਸ ਕਾਲਮ ਵੈਕਟਰ ਦੇ ਵਿੱਚ ਇੱਕ ਕੈਟ ਵੈਕਟਰ ਬਣ ਗਿਆ ਇਹ। ਤਾਂ ਤਿੰਨ ਅਵਸਥਾਵਾਂ ਦੇ ਵਿੱਚ ਇਹ ਸਪਿਨ ਕਣ ਦਾ ਜਿਹੜਾ ਵੇਵ ਫੰਕਸ਼ਨ ਹੁੰਦਾ। ਸਪਿਨ ਦੇ ਹਰੇਕ ਬਿੰਦੂ ਵਾਸਤੇ ਇਹ 3 ਕੰਪੋਨੈਂਟ ਫਾਈ 1 ਆਫ ਐਕਸ, ਫਾਈ 2 ਆਫ ਐਕਸ ਤੇ ਫਾਈ 3 ਆਫ ਐਕਸ ਸਪਿਨ ਅੱਧੇ ਵਾਲੇ ਅਲਫਾ ਤੇ ਬੀਟਾ ਦੀ ਥਾਂ ਲੈਂਦੇ ਹਨ। ਇਹ ਹਿੱਸੇ ਸਪੇਸ ਅੰਦਰ ਉਸੇ ਬਣਤਰ ਨੂੰ ਵਾਰ-ਵਾਰ ਪੈਦਾ ਕਰਦੇ ਰਹਿੰਦੇ ਹਨ। ਇਹਨਾਂ ਨੂੰ ਸਪਿਨਰ ਕਿਹਾ ਜਾਂਦਾ ਹੈ। ਕਿਸੇ ਇਲੈਕਟ੍ਰੋਨ ਦੁਆਰਾ ਪਲੱਸ ਜੀ ਐਕਸਿਸ ਦੀ ਦਿਸ਼ਾ ਦੇ ਵਿੱਚ ਸਪਿਨ ਅਪ ਹੋਣ ਦੀ ਪ੍ਰੋਬੇਬਿਲਿਟੀ ਕਿੰਨੀ ਹੁੰਦੀ ਹੈ, ਅਤੇ ਮਾਈਨਸ ਜੀ ਐਕਸਿਸ ਵਾਲੀ ਉਲਟੀ ਦਿਸ਼ਾ ਦੇ ਵਿੱਚ ਸਪਿਨ ਡਾਊਨ ਅਤੇ ਸਪਿਨ 0 ਹੋਣ ਦੀ ਪ੍ਰੋਬੇਬਿਲਿਟੀ ਕਿੰਨੀ ਹੁੰਦੀ ਹੈ। ਤਾਂ 3 ਪ੍ਰੋਬੇਬਿਲਿਟੀਆਂ ਹੋ ਸਕਦੀਆਂ ਨੇ ਇੱਥੇ, ਸਪਿਨ ਅਪ ਦੀ, ਸਪਿਨ ਡਾਊਨ ਦੀ ਤੇ ਸਪਿਨ 0 ਦੀ। ਆਓ ਪਤਾ ਕਰੀਏ। ਸਪਿਨ 1 ਦੇ ਲਈ ਸਪਿਨ ਆਪਰੇਟਰਾਂ ਦੇ ਆਈਗਨ ਵੈਕਟਰ ਯਾਦ ਕਰੋ। m ਇਜ਼ ਇਕੁਅਲ ਟੂ 1 ਦੇ ਲਈ ਜੀ ਐਕਸਿਸ ਦਿਸ਼ਾ ਦੇ ਵਿੱਚ ਸਪਿਨ ਅਪ ਹੁੰਦਾ ਹੈ। ਤਾਂ ਆਈਗਨ ਵੈਕਟਰ ਇਹ ਹੁੰਦੇ ਹਨ। ਸਪਿਨ 1 ਦੇ ਲਈ ਆਈਗਨ ਵੈਕਟਰ ਆਪਾਂ ਪਹਿਲਾਂ ਪੜ੍ਹ ਚੁੱਕੇ ਇਹਨਾਂ ਨੂੰ, 1 ਓਵਰ √2 ਤੇ ਮਾਈਨਸ ਆਇਓਟਾ ਓਵਰ √2 ਤੇ 0। ਤਾਂ 3 ਇਸ ਦੇ ਆਈਗਨ ਵੈਕਟਰ ਹੈ, ਜੋ ਇੱਥੇ ਤਿੰਨ ਐਲੀਮੈਂਟ ਨੇ ਇਸਦੇ। ਸਪਿਨ 1 ਦੇ ਲਈ ਜਿਹੜਾ ਆਈਗਨ ਵੈਕਟਰ ਹੈ ਉਹ ਇਸ ਤਰੀਕੇ ਦਾ ਹੁੰਦਾ, ਆਪਾਂ ਪੜ੍ਹਿਆ। ਕਿਸੇ ਦਿੱਤੇ ਹੋਏ ਵੇਵ ਫੰਕਸ਼ਨ ਲਈ ਇਸ ਪ੍ਰਸਥਿਤੀ ਵਾਸਤੇ ਪ੍ਰੋਬੇਬਿਲਿਟੀ ਕੈਲਕੂਲੇਟ ਕਰਨ ਦਾ ਨਿਯਮ ਇਹ ਹੈ। ਅਸੀਂ ਤਿੰਨੇ ਫਾਈ ਸਪਿਨਰ ਕੈਟ ਵੈਕਟਰਾਂ ਦਾ ਬਰਾ ਵੈਕਟਰਾਂ ਦੇ ਬਰਾ ਆਈਗਨ ਵੈਕਟਰਾਂ ਦੇ ਨਾਲ ਇਨਰ ਪ੍ਰੋਡਕਟ ਲੈਂਦੇ ਹਾਂ ਤੇ ਫਿਰ ਉਸ ਨਤੀਜੇ ਦਾ ਸਕੇਅਰ ਕਰਦੇ ਹਾਂ। ਇਸ ਨੂੰ ਅਸੀਂ ਇੰਝ ਲਿਖਾਂਗੇ, ਪ੍ਰੋਬੇਬਿਲਿਟੀ ਇਜ਼ ਇਕੁਅਲ ਟੂ m ਇਜ਼ ਇਕੁਅਲ ਟੂ 1 ਜੋ ਸਾਡਾ ਬਰਾ ਵੈਕਟਰ ਹੈ, ਇਸ ਨੂੰ
ਫਾਈ ਦੇ ਨਾਲ ਅਸੀਂ ਇਨਰ ਪ੍ਰੋਡਕਟ ਲਵਾਂਗੇ ਤੇ ਫਿਰ ਉਸਦਾ ਸਕੇਅਰ ਕਰਦੇ ਹਾਂ। ਤਾਂ ਧਿਆਨ ਰਹੇ ਕਿ ਬਰਾ ਵੈਕਟਰ ਨੂੰ ਕਾਲਮ ਦੀ ਜਗ੍ਹਾ ਕਤਾਰ ਦੇ ਵਿੱਚ ਇਸ ਤਰੀਕੇ ਨਾਲ ਲਿਖਿਆ ਜਾਂਦਾ, ਇਹਨਾਂ ਨੂੰ ਕਾਲਮ ਦੀ ਜਗ੍ਹਾ ਰੋ ਦੇ ਵਿੱਚ ਲਿਖਿਆ ਜਾਂਦਾ ਅਤੇ ਸੰਬੰਧਿਤ ਕਾਲਮ ਵੈਕਟਰ ਦੇ ਉੱਪਰ ਤੋਂ ਥੱਲੇ ਵੱਲ ਦੇ ਐਲੀਮੈਂਟਾਂ ਦਾ ਕੰਪਲੈਕਸ ਕੰਜੂਗੇਟ ਕ੍ਰਮਵਾਰ ਖੱਬੇ ਤੋਂ ਸੱਜੇ ਪਾਸੇ ਵੱਲ ਨੂੰ ਲਿਖਿਆ ਜਾਂਦਾ ਇਸ ਤਰੀਕੇ ਨਾਲ। ਇੱਧਰ ਕਾਲਮ ਵੈਕਟਰ ਇਸ ਤਰੀਕੇ ਨਾਲ ਲਿਖਿਆ ਜਾਂਦਾ ਤੇ ਇਸ ਦਾ ਬਰਾ ਵੈਕਟਰ ਹੈ ਜਿਹੜਾ ਉਹ ਇਸ ਤਰੀਕੇ ਨਾਲ 1/√2 ਸਟਾਰ ਮਾਈਨਸ ਆਇਓਟਾ ਬਾਈ √2 ਸਟਾਰ ਤੇ 0 ਸਟਾਰ। 0 ਦਾ ਹਾਲਾਂਕਿ ਜਿਹੜਾ ਕੰਪਲੈਕਸ ਕੰਜੂਗੇਟ ਹੈ ਉਹ 0 ਹੀ ਬਣੇਗਾ ਤੇ ਇੱਧਰ ਪਹਿਲੇ 1/√2 ਦਾ ਜਿਹੜਾ ਸਟਾਰ ਹੈ ਜਾਂ ਇਸ ਦਾ ਕੰਪਲੈਕਸ ਕੰਜੂਗੇਟ ਹੈ ਉਹ ਵੀ ਇੰਨਾ ਹੀ ਬਣੇਗਾ 1/√2। ਲੇਕਿਨ ਇੱਧਰ ਮਾਈਨਸ ਆਇਓਟਾ ਬਾਈ √2 ਦਾ ਉਲਟਾ ਹੋ ਕੇ ਪਲੱਸ ਆਇਓਟਾ ਬਾਈ 2 ਬਣ ਜਾਏਗਾ ਅਗਰ ਉੱਪਰ ਸਟਾਰ ਅਸੀਂ ਹਟਾਉਣਾ ਚਾਹੁੰਦੇ ਇਸ ਦਾ। ਤਾਂ ਕਾਲਮ ਵੈਕਟਰ ਨੂੰ ਇਸ ਤਰੀਕੇ ਨਾਲ ਲਾਈਨ ਦੇ ਵਿੱਚ ਲਿਖਿਆ ਜਾਂਦਾ ਹੌਰੀਜ਼ੌਂਟਲੀ ਤੇ ਕਾਲਮ ਵੈਕਟਰ ਨੂੰ ਵਰਟੀਕਲੀ ਲਿਖਿਆ ਜਾਂਦਾ। ਤਾਂ ਇਸ ਨੂੰ ਬਰਾ ਵੈਕਟਰ ਨੂੰ ਇੱਧਰ ਖੱਬੇ ਤੋਂ ਸੱਜੇ ਪਾਸੇ ਵੱਲ, ਇਹਨੂੰ ਉੱਪਰ ਤੋਂ ਥੱਲੇ ਪਾਸੇ ਵੱਲ ਲਿਖਦੇ ਹਾਂ, ਇਸ ਨੂੰ ਖੱਬੇ ਤੋਂ ਸੱਜੇ ਪਾਸੇ ਵੱਲ। ਇਸ ਦੇ ਕੋਰਸਪੋਂਡੈਂਸ ਜੋ ਇਸ ਦੇ ਨਾਲ ਸੰਬੰਧ ਰੱਖਣ ਵਾਲਾ ਬਰਾ ਵੈਕਟਰ ਇਸ ਨੂੰ ਇਸ ਤਰੀਕੇ ਨਾਲ ਲਿਖਿਆ ਜਾਂਦਾ। ਇਹ ਸਭ ਤੋਂ ਪਹਿਲਾਂ ਆਪਾਂ ਨੇ ਕੁਆਂਟਮ ਮਕੈਨਿਕਸ ਦੇ ਕੋਰਸ ਵਿੱਚ ਪੜ੍ਹਿਆ ਸੀ ਤੇ ਹੁਣ ਅਸੀਂ ਇਸ ਦਾ ਇਨਰ ਪ੍ਰੋਡਕਟ ਲਵਾਂਗੇ ਇਸ ਦੇ ਨਾਲ। ਇਸ ਦੇ ਲਈ ਅਸੀਂ ਇਨਰ ਪ੍ਰੋਡਕਟ ਦੀ ਕਾਰਵਾਈ ਨੂੰ ਇੰਝ ਦਰਸਾਵਾਂਗੇ। ਤਾਂ ਇਨਰ ਪ੍ਰੋਡਕਟ ਦੇ ਲਈ ਅਸੀਂ ਜਿਹੜਾ ਬਰਾ ਵੈਕਟਰ ਹੈ 1/√2 ਸਟਾਰ ਮਾਈਨਸ ਆਇਓਟਾ √2/2 ਸਟਾਰ ਤੇ 0 ਸਟਾਰ ਨੂੰ ਕਾਲਮ ਵੈਕਟਰ φ1 ਆਫ x, φ2 ਆਫ x ਤੇ φ3 ਆਫ x ਇਹ ਵਾਲੇ ਨੇ ਜੋ ਇਹਨਾਂ ਦੇ ਨਾਲ ਅਸੀਂ ਇਸ ਦਾ ਇਨਰ ਪ੍ਰੋਡਕਟ ਲਵਾਂਗੇ। ਤਾਂ ਇਹ ਇਨਰ ਪ੍ਰੋਡਕਟ ਇਸ ਤਰੀਕੇ ਨਾਲ ਬਣ ਜਾਂਦਾ। ਸਭ ਤੋਂ ਪਹਿਲਾਂ ਇਹ ਪਹਿਲੀ ਰਕਮ ਹੈ ਜੋ ਉੱਪਰ ਵਾਲੇ ਇਹਦੇ ਨਾਲ ਗੁਣਾ ਹੋਏਗੀ ਤੇ ਗੁਣਾ ਹੋ ਕੇ φ1 ਆਫ x ਦੇ ਨਾਲ ਇਹ (1/√2) ਦਾ ਜੋ ਕੰਪਲੈਕਸ ਕੰਜੂਗੇਟ ਹੈ 1/√2 ਹੀ ਹੈ ਤੇ φ1 ਓਵਰ√2 ਬਣ ਜਾਂਦਾ। ਇਹ ਦੂਜੀ ਰਕਮ ਹੈ ਜਿਹੜੀ ਇਹ ਮਾਈਨਸ ਆਇਓਟਾ √2 ਹੈ, ਇਹ ਵੀ ਇਸੇ ਨਾਲ ਗੁਣਾ ਹੋਏਗੀ। ਉੱਪਰ ਵਾਲੇ ਇਹ ਸੈਂਟਰ ਵਾਲੇ ਨਾਲ ਗੁਣਾ ਹੋਏਗੀ ਮਾਈਨਸ ਆਇਓਟਾ ਬਾਈ √2 ਨਾਲ ਤੇ ਮਾਈਨਸ ਆਇਓਟਾ ਡਿਵਾਈਡ ਬਾਈ √2 ਆ ਜਾਂਦਾ φ2। ਇਸੇ ਤਰੀਕੇ ਨਾਲ ਤੀਜਾ ਜਿਹੜਾ 0 ਹੈ ਉਹ ਇੱਥੇ ਆ ਜਾਂਦਾ ਤੇ 0 ਨੇ ਸਾਰਾ 0 ਹੀ ਕਰ ਦੇਣਾ। ਤਾਂ ਇਹ ਤਿੰਨੇ ਰਕਮਾਂ ਇਹਦੇ ਨਾਲ ਵਾਰ-ਵਾਰ ਹੀ ਗੁਣਾ ਹੋ ਕੇ ਇਹ ਚੀਜ਼ ਬਣ ਜਾਂਦੀ ਹੈ ਤੇ ਇਸ ਨੂੰ ਅਗਰ ਹੋਰ ਸਿੰਪਲੀਫਾਈ ਕਰਦੇ ਹਾਂ ਅਸੀਂ ਤਾਂ φ1/√2 ਤੇ ਇੱਥੇ ਮਾਈਨਸ, ਇੱਥੇ ਮਾਈਨਸ ਆ ਜਾਂਦਾ ਅੱਗੇ ਤੇ ਅੰਦਰ ਆਇਓਟਾ φ/2 ਡਿਵਾਈਡ ਬਾਈ √2 ਆ ਜਾਂਦਾ ਤੇ φ3 ਵਾਲੀ ਰਕਮ ਹੈ ਜਿਹੜੀ ਇਹ 0 ਹੋ ਜਾਂਦੀ ਹੈ। ਤਾਂ ਇਸ ਦੇ ਵਿੱਚ √2 ਹੈ ਜੋ ਅਸੀਂ ਕਾਮਨ ਕੱਢ ਲੈਂਦੇ ਹਾਂ ਬਾਹਰ 1/√2 ਤੇ ਪਿੱਛੇ ਸਾਡੇ ਕੋਲ ਬਚ ਜਾਂਦਾ φ1 ਮਾਈਨਸ φ2। ਇਹ ਜੋ ਅਸੀਂ ਬਰਾ ਵੈਕਟਰ ਦਾ ਇਨਰ ਪ੍ਰੋਡਕਟ ਲਿਆ ਇੱਧਰ ਕਾਲਮ ਵੈਕਟਰ ਦੇ ਨਾਲ, ਇਹ ਸਾਨੂੰ ਮਿਲ ਜਾਂਦਾ 1/√2 φ1 ਮਾਈਨਸ ਆਇਓਟਾ φ/2। ਇੱਥੇ ਆਇਓਟਾ ਵੀ ਹੈ ਇੱਕ, ਮੈਂ ਪਿਛਲੀ ਸਲਾਈਡ ਵੇਲੇ ਇਸ ਨੂੰ ਕਹਿਣਾ ਭੁੱਲ ਗਿਆ ਸੀ ਸ਼ਾਇਦ, φ1 ਮਾਈਨਸ ਆਇਓਟਾ φ2। ਤੇ ਇਸ ਤੋਂ ਬਾਅਦ ਅਸੀਂ ਪ੍ਰੋਬੇਬਿਲਿਟੀ ਦੇ ਵਾਸਤੇ ਇਸ ਸੰਖਿਆ ਨੂੰ ਇਸ ਦੇ ਕੰਪਲੈਕਸ ਕੰਜੂਗੇਟ ਦੇ ਨਾਲ ਗੁਣਾ ਕਰਦੇ ਹਾਂ। ਤਾਂ ਪ੍ਰੋਬੇਬਿਲਿਟੀ ਦੇ ਲਈ ਅਸੀਂ ਇਸ ਨੂੰ ਗੁਣਾ ਕਰਾਂਗੇ ਤੇ ਸਾਡਾ ਜੋ ਵੀ ਇਹ ਇਨਰ ਪ੍ਰੋਡਕਟ ਆਇਆ ਤਾਂ ਪ੍ਰੋਬੇਬਿਲਿਟੀ ਇਜ਼ ਇਕੁਅਲ ਟੂ 1/√2 φ1 ਮਾਈਨਸ ਆਇਓਟਾ φ2 ਤੇ ਇਸ ਦਾ ਕੰਪਲੈਕਸ ਕੰਜੂਗੇਟ ਹੈ 1/√2 φ1 ਪਲੱਸ ਆਇਓਟਾ φ2। ਇੱਥੇ ਆਇਓਟਾ ਦਾ ਮਾਈਨਸ ਚਿੰਨ੍ਹ ਜੋ ਇੱਥੇ ਪਲੱਸ ਹੋ ਗਿਆ ਤੇ ਇਹ ਦੋਨਾਂ ਦਾ ਮਲਟੀਪਲੀਕੇਸ਼ਨ ਅਸੀਂ ਕਰਾਂਗੇ ਤਾਂ 1/√2 ਮਲਟੀਪਲਾਈ ਹੋ ਕੇ ਹਾਫ ਹੋ ਜਾਂਦਾ 1/2 ਤੇ φ1 ਸਕੇਅਰ ਆ ਜਾਂਦਾ ਤੇ ਇੱਥੇ ਆਇਓਟਾ ਵਾਲੀ ਰਕਮ ਹੈ ਜੋ ਇਹ φ2 ਸਕੇਅਰ ਆ ਜਾਂਦੀ ਹੈ। ਇਹ ਜਿਵੇਂ ਤੁਸੀਂ ਜਾਣਦੇ ਆ
ਇਹਦੇ ਵਿੱਚੋਂ ਏਓਟਾ ਆਪਣੇ ਆਪ ਖਤਮ ਹੋ ਜਾਂਦਾ, ਕਿਉਂਕਿ ਏਓਟਾ ਤੇ ਏਓਟਾ ਮਲਟੀਪਲਾਈ ਹੋ ਕੇ -1 ਬਣ ਜਾਂਦਾ, ਤੇ ਇੱਥੇ ਇੱਕ -1 ਜੋ ਪਹਿਲਾਂ ਹੀ ਉਹਦੇ ਨਾਲ ਇਹ ਪਲੱਸ ਬਣ ਜਾਂਦਾ। ਤਾਂ ਪ੍ਰੋਬੇਬਿਲਿਟੀ ਸਾਡੀ ਆ ਜਾਂਦੀ ਹੈ ਹਾਫ φ1 ਸਕੁਅਰ ਪਲੱਸ ਹਾਫ φ2 ਸਕੁਅਰ, ਤੇ ਹਾਫ ਇੱਥੇ ਕਾਮਨ ਹੈ। ਤੇ ਇਹ M1 ਦੇ ਲਈ ਪ੍ਰੋਬੇਬਿਲਿਟੀ ਸੀਗੀ ਇਹ, ਤੇ ਇਸ ਲਈ ਇਲੈਕਟ੍ਰੋਨ ਦੀ ਸਪਿਨ ਅਪ ਹੋਣ ਦੀ ਜਿਹੜੀ ਪ੍ਰੋਬੇਬਿਲਿਟੀ ਆ ਉਹ φ1 ਅਤੇ φ2 ਦੇ ਸਕੁਅਰ ਦੇ ਜੋੜ ਤੋਂ ਅੱਧੀ ਹੁੰਦੀ ਹੈ। ਤਾਂ ਇਲੈਕਟ੍ਰੋਨ ਦੇ ਅਪ ਹੋਣ ਦੀ ਪ੍ਰੋਬੇਬਿਲਿਟੀ φ1 ਤੇ φ2 ਦੇ ਸਕੁਅਰਾਂ ਦੇ ਜੋੜ ਦੇ ਅੱਧੀ ਬਣਦੀ ਹੈ। ਇਸ ਤਰ੍ਹਾਂ M-1 ਦੇ ਲਈ ਵੀ ਇੰਨੀ ਹੀ ਪ੍ਰੋਬੇਬਿਲਿਟੀ ਆਏਗੀ, ਕਿਉਂਕਿ -1 ਦੇ ਲਈ ਅਸੀਂ ਸੇਮ ਇਸੇ ਤਰ੍ਹਾਂ ਹੀ ਪ੍ਰੋਸੀਜਰ ਬਣਾਵਾਂਗੇ ਤਾਂ ਉਹ ਵੀ ਪ੍ਰੋਬੇਬਿਲਿਟੀ ਸੇਮ ਆਏਗੀ। ਪਰ m=0 ਦਾ ਹੀ ਮਾਮਲਾ ਇਹ ਬਣੇਗਾ। ਹੁਣ ਅਸੀਂ m=0 ਦੇ ਲਈ ਇਸ ਤਰੀਕੇ ਨਾਲ ਲਿਖ ਸਕਦੇ ਹਾਂ ਇਸ ਨੂੰ, ਇੱਥੇ 0 ਸਟਾਰ 0 ਸਟਾਰ ਤੇ 1 ਸਟਾਰ 1 ਦੇ ਨਾਲ ਮਲਟੀਪਲਾਈ ਹੋਣਾ ਇਸਨੇ, ਤੇ ਇਹ φ3 ਦੇ ਨਾਲ ਮਲਟੀਪਲਾਈ ਹੋਏਗਾ ਕਿ ਤੀਜਾ ਹੈ, ਤੀਜੇ ਨਾਲ ਗੁਣਾ ਹੋਏਗਾ, ਉੱਪਰ ਵਾਲੀਆਂ ਦੋਨੋਂ ਰਕਮਾਂ 0 ਰਹਿਣਗੀਆਂ। ਤਾਂ φ3 ਆਫ x ਇੱਥੇ ਆ ਜਾਂਦੀ ਹੈ, ਜਿਹੜੀ ਇਸਦਾ ਐਂਪਲੀਟਿਊਡ ਹੈ φ3 ਆਫ x, ਤੇ M1 ਦੇ ਲਈ ਪ੍ਰੋਬੇਬਿਲਿਟੀ ਜਿਹੜੀ φ3 ਦਾ ਸਕੁਅਰ ਆ ਜਾਂਦੀ ਹੈ। ਇਸ ਤਰ੍ਹਾਂ ਸਾਨੂੰ ਇਲੈਕਟ੍ਰੋਨ ਦੀਆਂ ਤਿੰਨ ਈਗਨ ਅਵਸਥਾਵਾਂ +1 -1 ਤੇ 0 ਦੇ ਨਾਲ ਸੰਬੰਧਿਤ ਤਿੰਨ ਪ੍ਰੋਬੇਬਿਲਿਟੀਆਂ ਇਹ ਮਿਲਦੀਆਂ। ਪਲੱਸ m=+1 ਦੇ ਲਈ ਪ੍ਰੋਬੇਬਿਲਿਟੀ ਹਾਫ φ1 ਸਕੁਅਰ ਪਲੱਸ φ2 ਸਕੁਅਰ ਹੈ, ਤੇ ਦੂਜੀ m=-1 ਇੱਥੇ ਲਿਖਣਾ ਸੀ, ਇੱਥੇ ਗਲਤੀ ਨਾਲ +1 ਲਿਖਿਆ ਗਿਆ, ਇਸ ਨੂੰ ਥੋੜ੍ਹਾ ਠੀਕ ਕਰਦਾ ਪਹਿਲਾਂ। ਤਾਂ m=-1 ਦੇ ਲਈ ਪ੍ਰੋਬੇਬਿਲਿਟੀ ਇਹ ਵੀ ਸੇਮ ਬਣੇਗੀ, m+1 ਵਾਲੀ, ਹਾਫ φ1 ਸਕੁਅਰ ਪਲੱਸ φ2 ਸਕੁਅਰ, ਤੇ m=0 ਦੇ ਲਈ ਪ੍ਰੋਬੇਬਿਲਿਟੀ ਆਏਗੀ φ3 ਦਾ ਸਕੁਅਰ, φ3 ਜੋ ਤੀਜੀ ਅਵਸਥਾ ਹੈ। ਤਾਂ ਕੁੱਲ ਪ੍ਰੋਬੇਬਿਲਿਟੀ ਇਸਦੀ ਇਸ ਤਰ੍ਹਾਂ ਨਾਲ ਬਣੇਗੀ, ਤਿੰਨਾਂ ਦਾ ਜੋੜ ਹੋਏਗੀ, ਹਾਫ φ1 ਸਕੁਅਰ ਪਲੱਸ φ2 ਸਕੁਅਰ ਪਲੱਸ ਸੇਮ ਚੀਜ਼ ਦੁਬਾਰਾ ਪਲੱਸ φ3 ਸਕੁਅਰ। ਤਾਂ ਉੱਪਰ ਵਾਲੀ, ਥੱਲੇ ਵਾਲੀ ਤੇ ਇਹ ਬਿਲਕੁਲ ਥੱਲੇ ਵਾਲੀ, ਇਹ φ3 ਦੇ ਨਾਲ ਜੋ ਅਲੱਗ ਲਿਖੀ ਹੈ ਅਲੱਗ ਕਲਰ ਦੇ ਵਿੱਚ, ਤਾਂ ਇਹ ਦੇਖੋਗੇ ਕਿ ਅੱਧਾ ਤੇ ਅੱਧਾ ਇਹ ਪੂਰਾ ਹੋ ਜਾਂਦੀਆਂ ਦੋਨੋਂ ਪ੍ਰੋਬੇਬਿਲਿਟੀਆਂ ਜੁੜ ਕੇ, ਤਾਂ ਇਹ φ1 ਦਾ ਸਕੁਅਰ ਆ ਪੂਰਾ ਬਣ ਜਾਂਦਾ, ਪਹਿਲਾਂ ਅੱਧਾ ਸੀਗਾ, ਇੱਥੇ 2 ਵਾਰੀ ਇਹ, ਤੇ φ2 ਵੀ 2 ਵਾਰੀ ਹੈ, ਇਹ ਵੀ ਪੂਰਾ ਹੋ ਜਾਂਦਾ, ਤੇ ਇਸ ਤੋਂ ਬਾਅਦ φ3, ਤਾਂ φ1 ਸਕੁਅਰ ਪਲੱਸ φ2 ਸਕੁਅਰ ਪਲੱਸ φ3 ਸਕੁਅਰ, ਇਹ ਆਟੋਮੈਟਿਕਲੀ φ ਬਣ ਜਾਂਦਾ। ਇਹ ਕੰਪਲੀਟ ਹੋ ਜਾਂਦੀ ਹੈ ਕੁੱਲ ਪ੍ਰੋਬੇਬਿਲਿਟੀ ਹੈ ਜੋ φ ਜਿਵੇਂ ਹੋਣੀ ਚਾਹੀਦੀ ਹੈ। ਤਾਂ φ ਨੂੰ ਅਗਰ ਅਸੀਂ ਖੋਲ ਕੇ ਲਿਖਣਾ ਹੋਵੇ ਤਾਂ ਇਸ ਨੂੰ ਲਿਖਾਂਗੇ φ1 φ1 ਪਲੱਸ φ2 φ2 ਪਲੱਸ φ3 φ3। ਤਾਂ ਇਸ ਤਰੀਕੇ ਨਾਲ ਇਹ ਪੂਰੀ ਪ੍ਰੋਬੇਬਿਲਿਟੀ ਜਿਹੜੀ ਟੋਟਲ ਇਸ ਤਰੀਕੇ ਨਾਲ ਇਹ φ ਖੋਲ ਕੇ ਤਿੰਨਾਂ ਕੰਪੋਨੈਂਟਾਂ ਦੇ ਵਿੱਚ ਲਿਖੀ ਜਾ ਸਕਦੀ ਹੈ। ਹੁਣ ਡਿਰਾਕ ਇਕੁਏਸ਼ਨ ਦੇ ਵੱਲ ਵਾਪਸ ਆਉਂਦੇ ਹਾਂ। ਅਗਲਾ ਟੌਪਿਕ ਹੈ ਸਾਡਾ ਡਿਰਾਕ ਸਮੀਕਰਨ ਵਿਸ਼ਲੇਸ਼ਣ। ਸਪਿਨ ਇੱਕ ਤਰ੍ਹਾਂ ਦੇ ਪੁੰਜ ਦੀ ਤਰ੍ਹਾਂ ਹੁੰਦਾ ਹੈ ਜਿਸ ਨੂੰ ਕਿਸੇ ਰੈਸਟ ਫਰੇਮ ਦੇ ਵਿੱਚ ਚੰਗੀ ਤਰ੍ਹਾਂ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ। ਇਸ ਦੇ ਲਈ ਪਹਿਲਾਂ ਇਸ ਦਾ ਅਧਿਐਨ ਰੈਸਟ ਫਰੇਮ ਵਿੱਚ ਕਰਕੇ ਫਿਰ ਇਸ ਦਾ ਲਾਰੈਂਟਸ ਪਰਿਵਰਤਨ ਕਿਸੇ ਹੋਰ ਫਰੇਮ ਵਿੱਚ ਕਰਨ ਦਾ ਤਰੀਕਾ ਖੋਜਿਆ ਜਾ ਸਕਦਾ ਹੈ। ਸਪਿਨ ਦੀ ਪਰਿਭਾਸ਼ਾ ਹੀ ਰੈਫਰੈਂਸ ਫਰੇਮ ਵਿੱਚ ਪ੍ਰਾਪਤ ਕੀਤੀ ਜਾਂਦੀ ਹੈ। ਇਹ ਸਪੈਸ਼ਲ ਰਿਲੇਟਿਵਿਟੀ ਵਿੱਚ ਜ਼ਿਆਦਾ ਨਹੀਂ ਬਦਲਦਾ। ਹੁਣ ਅਸੀਂ ਦੇਖਦੇ ਹਾਂ ਕਿ ਡਿਰਾਕ ਇਕੁਏਸ਼ਨ ਦਾ ਸਪਿਨ ਨਾਲ ਕੀ ਵਾਸਤਾ ਹੈ। 4 ਡਾਇਮੈਂਸ਼ਨਲ ਡਿਰਾਕ ਇਕੁਏਸ਼ਨ ਇਹ ਹੈ, ਆਇਓਟਾ d psi y dt is equal to minus iota alpha n d psi y alpha xn plus beta m psi। ਇਹ ਆਪਾਂ ਪਹਿਲਾਂ ਪੜ੍ਹੀ ਹੈ ਡਿਰਾਕ ਇਕੁਏਸ਼ਨ। ਇਸ ਦੇ ਵਿੱਚ ਅਲਫਾ n ਤੇ ਬੀਟਾ ਦੇ ਦੋ ਕਨਸਟੈਂਟ ਜੁੜੇ ਜਾਂਦੇ ਨੇ, ਦੋ ਕੰਪਲੈਕਸ ਨੰਬਰ,
लेकिन इत्थे मैट्रिक्स ਹੁੰਦੇ ਨੇ जिस ਵਿੱਚ अल्फा बीटा उत्ते पाबंदियां ਇਹ ਹੁੰਦੀਆਂ ਹਨ ਤੇ अल्फा ਤੇ बीटा ਦੇ ਜੋ ਇਹਨਾਂ ਦੇ ਉੱਤੇ ਜੋ ਰਿਸਟ੍ਰਿਕਸ਼ਨਸ ਨੇ ਉਹ ਇਹ ਨੇ ਕਿ ओमेगा इज इक्वल टू सम ओवर n अल्फा n के n प्लस बीटा m ਤਾਂ ਇੱਕ ਤਾਂ ਜਿਹੜਾ ओमेगा ਹੈ फ्रीकुएंसी है वो ਇੰਨੀ ਹੋਣੀ ਚਾਹੀਦੀ ਹੈ ਕਿ ਵੇਵ ਨੰਬਰ ਹੈ ਤੇ n ਇਜ਼ ਇਕੁਅਲ ਟੂ 1 2 3 4 ਇਹ ਸਾਰੇ ਮੁੱਲਾਂ ਦੇ ਲਈ ਹੈ k ਦੇ ਤੇ n ਦੇ ਤਾਂ ਅਲਫਾ n kn ਪਲੱਸ ਬੀਟਾ m ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ ਇਸ ਨੂੰ ਤੇ ਅਲਫਾ ਦਾ ਸਕੇਅਰ ਹੈ ਜੋ ਇਹ k ਸਕੇਅਰ ਪਲੱਸ m ਸਕੇਅਰ ਹੋਣਾ ਚਾਹੀਦਾ ਇਸ ਦੀ ਜ਼ਰੂਰਤ ਹੈ ਤੇ ਅਲਫਾ ਸਕੇਅਰ x ਪਲੱਸ ਅਲਫਾ ਸਕੇਅਰ y प्लस अल्फा स्केयर जी प्लस बीटा स्केयर इज इक्वल टू 1 होना चाहिए इस दे एंटी कम्यूटेटर संबंध ने अल्फा एक्स अल्फा वाई इज इक्वल टू अल्फा वाई अल्फा जी प्लस अल्फा जी अल्फा एक्स का कम्यूटेटर एंटी कम्यूटेटर ये 0 होने चाहिए ने ते एंटी कम्यूटेटर तुहानूं पता है दोवां दी गुणा ते फिर अपोजिट ਆਰਡਰ ਦੇ ਵਿੱਚ ਗੁਣਾ ਤੇ ਦੋਵਾਂ ਦਾ ਜੋੜ ਜਾਂ ਫਿਰ ਇਸ ਨੂੰ ਅਸੀਂ ਇਕੱਠਾ ਲਿਖ ਸਕਦੇ ਹਾਂ ਅਲਫਾ i ਤੇ ਅਲਫਾ j ਦਾ ਐਂਟੀ ਕਮਿਊਟੇਟਰ ਇਜ਼ ਇਕੁਅਲ ਟੂ 2 ਕੋਨੈਕਰ ਡੈਲਟਾ ਫੰਕਸ਼ਨ ਹੈ ਆਇਓਟਾ j ਯਾਨੀ ਕਿ ਅਗਰ ਇਹ i ਤੇ j ਬਰਾਬਰ ਨੇ ਯਾਨੀ ਕਿ ਇੱਕੋ ਦੋਵੇਂ ਰਕਮਾਂ ਇੱਕੋ ਹੀ ਨੇ ਇਹ ਤਾਂ ਇਹ ਟੋਟਲ ਜੋ ਸੰਖਿਆ ਹੈ ਇਹਦਾ ਇਹ ਜਿਹੜਾ ਇਸ ਦਾ ਵੈਲਿਊ 2 ਆਏਗੀ ਤੇ ਅਗਰ ਇਹ ਬਰਾਬਰ ਨਹੀਂ ਹੈਗੀਆਂ ਅਲੱਗ-ਅਲੱਗ ਨੇ ਤਾਂ ਇਸ ਦੀ ਜਿਹੜੀ ਸੰਖਿਆ ਇਹ ਟੋਟਲ 0 ਆਏਗਾ ਜਿਵੇਂ ਇੱਥੇ z ਤੇ x ਅਲੱਗ-ਅਲੱਗ ਨੇ ਤਾਂ 0 ਹੈ y ਤੇ z ਵਾਲੇ ਅਲਫਾ ਨੇ ਜਿਹੜੇ ਇਹ ਵੀ 0 ਹੈ ਤੇ ਅਲਫਾ x ਤੇ y ਇਹ ਵੀ 0 ਤੇ ਅਗਰ ਇਹ ਬਰਾਬਰ ਨੇ ਦੋਨੋਂ x ਦਾ x ਦੇ ਨਾਲ ਹੀ ਐਂਟੀ ਕਮਿਊਟੇਟਰ ਲੈਂਦੇ ਆ ਤਾਂ ਇਹ ਸੰਖਿਆ 2 ਬਣ ਜਾਂਦੀ ਹੈ ਕਿਉਂਕਿ ਫਿਰ ਉਹ ਦੋਵੇਂ ਰਕਮਾਂ ਸੇਮ ਹੋ ਜਾਂਦੀਆਂ ਨੇ ਤੇ ਉਹ ਸੇਮ 2 ਰਕਮਾਂ ਹੋ ਜਾਂਦੀਆਂ ਨੇ ਕਿਉਂਕਿ ਪਲੱਸ ਹੈ ਵਿੱਚ ਇਹਨਾਂ ਦੇ ਐਂਟੀ ਕਮਿਊਟੇਟਰ ਦੇ ਵਿੱਚ ਤਾਂ ਉਹ 2 ਦਿੰਦਾ ਸਾਨੂੰ ਤੇ ਇਸ ਦੇ ਵਿੱਚ ਇੱਕ ਐਂਟੀ ਕਮਿਊਟੇਟਰ ਜਿਹੜਾ ਅਲਫਾ ਐਕਸ ਦਾ ਬੀਟਾ ਨਾਲ ਹੈ ਤੇ ਅਲਫਾ ਵਾਈ ਦਾ ਬੀਟਾ ਨਾਲ ਤੇ ਅਲਫਾ ਜੀ ਦਾ ਬੀਟਾ ਨਾਲ ਇਹ ਵੀ 0 ਹੈ ਯਾਨੀ ਕਿ ਅਲਫਾ ਆਈ ਬੀਟਾ ਦਾ ਐਂਟੀ ਕਮਿਊਟੇਟਰ ਇਹ ਵੀ 0 ਹੈ ਇਹਨਾਂ ਨੂੰ ਉੱਪਰ ਲਿਖ ਦਿੱਤਾ ਜਾਂ ਦੂਜੀ ਲਾਈਨ ਵਿੱਚ ਲਿਖ ਦਿੱਤੇ ਨੇ ਐਂਟੀ ਕਮਿਊਟੇਟਰ ਰਿਲੇਸ਼ਨਸ ਨੇ ਜੋ ਇਹਨਾਂ ਸਾਰੀਆਂ ਸ਼ਰਤਾਂ ਨੂੰ ਆਪਸ ਵਿੱਚ ਐਂਟੀ ਕਮਿਊਟੇਸ਼ਨ ਸੰਬੰਧ ਰੱਖਣ ਵਾਲੇ ਪੋਲੀ ਮੈਟ੍ਰਿਕਸਾਂ ਦੇ ਨਾਲ ਬਣੇ 4 ਡਾਇਮੈਂਸ਼ਨਲ 4x4 ਮੈਟ੍ਰਿਕਸ ਪੂਰੀਆਂ ਕਰ ਸਕਦੇ ਹਨ ਪਿਛਲੇ ਭਾਗਾਂ ਦੇ ਵਿੱਚ ਅਸੀਂ ਇੱਕ ਖਾਸ ਨਮੂਨੇ ਦੇ 4 ਮੈਟ੍ਰਿਕਸ ਪੜ੍ਹੇ ਸਨ ਹੁਣ ਇੱਕ ਹੋਰ ਵੱਖਰੀ ਕਿਸਮ ਦੇ 4 ਮੈਟ੍ਰਿਕਸ ਪੇਸ਼ ਕਰਦੇ ਹਾਂ ਇਸ ਦੇ ਲਈ ਅਸੀਂ ਇੱਕ 4 ਗੁਣਾ 4 ਖਾਨਿਆਂ ਵਾਲਾ ਖਾਲੀ ਮੈਟ੍ਰਿਕਸ ਲੈਂਦੇ ਹਾਂ ਜਿਸ ਦੇ 2 ਗੁਣਾ 2 ਦੇ 4 ਖਾਨੇ ਬਣਾ ਲੈਂਦੇ ਹਾਂ ਤਿਰਛੇ ਖਾਨਿਆਂ ਦੇ ਵਿੱਚ ਜਿਹੜੇ ਡਾਇਗਨਲ ਖਾਨੇ ਨੇ ਉਹਨਾਂ ਦੇ ਵਿੱਚ ਅਸੀਂ ਪੋਲੀ ਮੈਟ੍ਰਿਕਸ ਰੱਖ ਦਿੰਦੇ ਹਾਂ ਤੇ ਜਿਸ ਦੇ ਥੱਲੇ ਵਾਲੇ ਪੋਲੀ ਮੈਟ੍ਰਿਕਸ ਦਾ ਜਿਹੜਾ ਚਿੰਨ੍ਹ ਹੈ ਉਹ ਉਲਟਾ ਕੇ ਲਿਖਣਾ ਹੁੰਦਾ ਮਾਈਨਸ ਕਰਕੇ ਉੱਪਰ ਵਾਲੇ ਨਾਲੋਂ ਤੇ ਆਫ ਡਾਇਗਨਲ ਖਾਨੇ ਇਸ ਦੇ 0 ਰੱਖਣੇ ਪੈਂਦੇ ਆ ਯਾਨੀ ਕਿ ਇਸ ਤਰੀਕੇ ਦਾ ਜੋ ਅਲਫਾ ਆਈ ਹੈ ਜੋ ਇਹ ਇਸ ਤਰੀਕੇ ਨਾਲ ਲਿਖਣਾ ਸਿਗਮਾ ਆਈ ਇੱਥੇ ਰੱਖਣਾ ਪੋਲੀਮੈਟ੍ਰਿਕਸ ਇੱਥੇ ਸਿੰਗਲ ਸਿਗਮਾ ਆਈ ਲਿਖਿਆ ਗਿਆ ਲੇਕਿਨ ਇਸ ਦੇ ਵੀ 4 ਕੰਪੋਨੈਂਟ ਨੇ ਅੱਗੇ ਮੈਂ ਖੋਲ ਕੇ ਲਿਖਾਂਗਾ ਫਿਰ ਤੁਹਾਨੂੰ ਪਤਾ ਲੱਗ ਜਾਏਗਾ ਇੱਥੇ 0 ਹੈ ਆਫ ਡਾਇਗਨਲ ਜਿਹੜਾ ਡਾਇਗਨਲ ਹੈ ਇਸ ਦੇ ਵਿੱਚ ਮਾਈਨਸ ਸਿਗਮਾ ਆਈ ਥੱਲੇ ਹੈ ਤੇ ਪਲੱਸ ਸਿਗਮਾ ਆਈ ਉੱਪਰ ਹੈ ਇਹ ਪੋਲੀਮੈਟ੍ਰਿਕਸ ਹੈ ਪਹਿਲਾ ਪੋਲੀਮੈਟ੍ਰਿਕਸ ਹੈ ਜੋ ਤੇ ਦੂਜਾ ਇਸ ਦੇ ਵਿੱਚ ਬੀਟਾ ਹੈ ਜੋ ਉਹ ਆਇਡੈਂਟੀ ਮੈਟ੍ਰਿਕਸ ਆਫ ਡਾਇਗਨਲ ਰੱਖਣਾ ਤੇ ਇਧਰ ਡਾਇਗਨਲ ਇਸ ਦਾ 0 ਰੱਖਣਾ ਤੇ ਆਇਡੈਂਟੀ ਮੈਟ੍ਰਿਕਸ ਇਸ ਦੇ ਵਿੱਚ 1 0 0 1 ਵਾਲਾ ਇਹ 4 ਨੇ ਆਇਡੈਂਟੀ ਮੈਟ੍ਰਿਕਸ ਦੇ ਵਿੱਚ ਇੱਥੇ ਇਹ ਜ਼ੀਰੋਆਂ ਵੀ 4 ਨੇ ਇਹ ਵੀ 4 ਨੇ ਇਹ ਵੀ 4 ਨੇ ਤੇ 16 ਐਂਟਰੀਆਂ ਹੁੰਦੀਆਂ ਇਸ ਦੀਆਂ ਜਿਹਦੇ ਵਿੱਚ ਇਹ ਵਾਲੀਆਂ 4 ਐਂਟਰੀਆਂ 0 ਹੈ ਇਹ ਵਾਲੀਆਂ 4 ਐਂਟਰੀਆਂ ਆਇਡੈਂਟੀ ਮੈਟ੍ਰਿਕਸ ਹੈ 1 0 0 1 ਤੇ ਇੱਥੇ ਮਾਈਨਸ ਆਇਡੈਂਟੀ ਮੈਟ੍ਰਿਕਸ ਹੈ ਇਹਦੇ ਇੱਥੇ -1 ਇਹ -1 ਇੱਥੇ ਅਗਰ ਇਸ ਨੂੰ ਖੋਲਾਂਗੇ ਤਾਂ ਇਹ 16 ਐਂਟਰੀਆਂ ਬਣਨਗੀਆਂ ਤੇ ਅਲਫਾ ਆਈ ਹੈ ਜੋ ਇੱਥੇ ਇਹ ਅਲਫਾ ਆਈ ਇਹ ਉੱਪਰ ਪੋਲੀਮੈਟ੍ਰਿਕਸ ਹੈ ਇਹ ਤਿੰਨੇ ਪੋਲੀਮੈਟ੍ਰਿਕਸ ਨੇ ਸਿਗਮਾ ਐਕਸ ਸਿਗਮਾ ਵਾਈ ਸਿਗਮਾ ਜੀ ਇਹ ਤਿੰਨੇ ਪੋਲੀਮੈਟ੍ਰਿਕਸ ਨੇ
ਤੇ ਪਹਿਲਾਂ ਇੱਕ ਪੋਲੀਮੈਟ੍ਰਿਕਸ ਇੱਥੇ ਰੱਖਿਆ ਜਾਏਗਾ ਤੇ ਉਸੇ ਦਾ ਨੈਗੇਟਿਵ ਇੱਥੇ ਰੱਖਿਆ ਜਾਏਗਾ ਤੇ ਇਹ 4 ਐਂਟਰੀਆਂ ਇੱਥੇ 4 ਐਂਟਰੀਆਂ ਇੱਥੇ ਤੇ 4 ਹੀ ਜ਼ੀਰੋ ਇੱਥੇ, ਇਹ ਵੀ 4 ਜ਼ੀਰੋ ਤਾਂ ਇਹ 16 ਐਂਟਰੀਆਂ ਵਾਲਾ ਮੈਟ੍ਰਿਕਸ ਬਣੇਗਾ ਤੇ ਇਹ 3 ਇਸ ਤਰ੍ਹਾਂ ਦੇ ਬਣਨਗੇ। ਇਹਨਾਂ ਨੂੰ ਅੱਗੇ ਆਪਾਂ ਖੋਲ ਕੇ ਲਿਖਾਂਗੇ ਫਿਰ ਤੁਹਾਨੂੰ ਹੋਰ ਇਸ ਦਾ ਸਪਸ਼ਟ ਹੋ ਜਾਏਗਾ। ਤਾਂ ਇਹ ਚਾਰੇ ਮੈਟ੍ਰਿਕਸ 3 ਇਹਦੇ ਨਾਲ ਦੇ ਬਣਨਗੇ ਤੇ 3 ਪੋਲੀਮੈਟ੍ਰਿਕਸਾਂ ਨੂੰ ਮਿਲਾ ਕੇ ਤੇ ਇੱਕ ਬੀਟਾ ਮੈਟ੍ਰਿਕਸ ਹੈ। ਇਹ ਚਾਰੇ ਮੈਟ੍ਰਿਕਸ ਸਪੇਸ ਟਾਈਮ ਨਹੀਂ ਦਰਸਾਉਂਦੇ, ਇਹ ਚਾਰੇ ਮੈਟ੍ਰਿਕਸ ਦਰਸਾਉਂਦੇ ਹਨ ਕਿ ਇਹਨਾਂ ਦੇ ਵਿੱਚ 2 ਕਿਸਮ ਦਾ ਦੋਹਰਾਪਣ ਹੁੰਦਾ। ਇੱਕ ਕਿਸਮ ਦਾ ਦੋਹਰਾਪਣ ਤਾਂ ਇਹ ਖਾਨੇ ਹਨ ਤੇ ਦੂਜੀ ਕਿਸਮ ਦਾ ਜਿਹੜਾ ਖਾਨਿਆਂ ਦੇ ਅੰਦਰ ਦਾ ਦੋਹਰਾਪਣ ਹੈ। ਇਸ ਦੋਹਰੇਪਣ 2/2 ਦਾ ਦੋਹਰਾਪਣ ਭੌਤਿਕ ਵਿਗਿਆਨ ਅੰਦਰ ਦੋਹਰੇਪਣ ਦੇ ਨਾਲ ਸੰਬੰਧ ਰੱਖਦਾ ਹੈ। ਇਹ ਦੋਹਰਾਪਣ ਇਸ ਤਰੀਕੇ ਦਾ ਕਿ ਇਸ ਤਾਂ ਇੱਕ ਤਾਂ ਇਹ ਜਿਹੜੇ ਖਾਨੇ ਨੇ ਸਾਰੇ ਇੱਥੇ ਵਾਲਾ ਖਾਨਾ ਇੱਥੇ ਦੁਹਰਾਇਆ ਗਿਆ ਤੇ ਦੂਜਾ ਮਾਈਨਸ ਹੈ, ਇੱਥੇ ਇੱਕ ਪਲੱਸ ਹੈ ਤੇ ਇੱਥੇ ਪਲੱਸ ਸਿਗਮਾ ਆਈ ਹੈ ਤੇ ਇੱਥੇ ਮਾਈਨਸ ਸਿਗਮਾ ਆਈ ਹੈ। ਇੱਕ ਤੇ ਇਹ ਵਾਲਾ ਦੋਹਰਾਪਣ ਹੈ। ਇੱਕ ਅੱਗੇ ਜਿਹੜਾ ਸਿਗਮਾ ਹੈ ਉਹਦੇ ਵਿੱਚ ਵੀ ਫਿਰ ਜਿਵੇਂ ਇੱਥੇ ਆਇਡੈਂਟੀ ਮੈਟ੍ਰਿਕਸ ਹੈ, ਆਇਡੈਂਟੀ ਮੈਟ੍ਰਿਕਸ ਦੇ ਵਿੱਚ ਵੀ ਇੱਥੇ ਆਇਡੈਂਟੀ ਮੈਟ੍ਰਿਕਸ ਆਈ ਹੈ ਤੇ ਇੱਥੇ ਮਾਈਨਸ ਆਈ ਹੈ। ਇਹ ਵੀ ਇਸ ਦੇ ਅੰਦਰ ਫਿਰ ਦੋਹਰਾਪਣ ਹੈ। 2 ਕਿਸਮ ਦਾ ਦੋਹਰਾਪਣ ਹੈ ਇਸ ਦੇ ਵਿੱਚ, ਇੱਕ ਤਾਂ ਇਹ ਖਾਨਿਆਂ ਦਾ, ਇੱਕ ਇਸ ਦੇ ਅੰਦਰ ਫੇਰ ਦੁਬਾਰਾ ਤੋਂ। ਤੇ ਇਹ ਸਾਡੇ ਲਈ ਕੀ ਅਰਥ ਰੱਖਦਾ ਇਸ ਦੇ ਬਾਰੇ ਆਪਾਂ ਹੁਣੇ ਪੜ੍ਹਦੇ ਹਾਂ। ਇੱਕ 2 ਡਾਇਮੈਂਸ਼ਨਲ ਦੋਹਰਾਪਣ ਪੋਜ਼ਿਟਿਵ ਅਤੇ ਨੈਗੇਟਿਵ એનર્ਜੀ ਦੇ ਨਾਲ ਸੰਬੰਧ ਰੱਖਦਾ ਹੈ ਤੇ ਦੂਜਾ ਦੁੱਗਣਾਪਣ ਸਪਿਨ ਨਾਲ ਸੰਬੰਧ ਰੱਖਦਾ ਹੈ। ਇਸ ਦੇ ਲਈ ਇੱਕ ਤਾਂ ਪੋਜ਼ਿਟਿਵ એનર્ਜੀ ਊਰਜਾ ਵਾਲੇ ਕਣ ਹੁੰਦੇ ਹਨ, ਪੋਜ਼ਿਟਿਵ એનર્ਜੀ ਵਾਲੇ ਜੋ ਸਾਰੇ ਪੋਸੀਬਲ ਸਪਿਨ ਰੱਖਦੇ ਹਨ ਤੇ ਦੂਜੇ ਨੈਗੇਟਿਵ એનર્ਜੀ ਵਾਲੇ ਕਣ ਹੁੰਦੇ ਹਨ ਜੋ ਸਾਰੇ ਸੰਭਵ ਸਪਿਨ ਰੱਖਦੇ ਹਨ। ਅਸੀਂ ਇਸ ਦੁੱਗਣੇਪਣ ਨੂੰ ਦੇਖ ਸਕਦੇ ਹਾਂ। ਮੋਟੇ ਤੌਰ ਤੇ ਕਹਿੰਦੇ ਹੋਏ ਇਹ 4 ਪੋਸੀਬਿਲਿਟੀਆਂ ਬਣਦੀਆਂ। ਇੱਕ ਤਾਂ ਪੋਜ਼ਿਟਿਵ એનર્ਜੀ ਤੇ ਪੋਜ਼ਿਟਿਵ ਸਪਿਨ ਤੇ ਦੂਜੀ ਪੋਜ਼ਿਟਿਵ ਊਰਜਾ ਤੇ ਨੈਗੇਟਿਵ ਸਪਿਨ ਤੇ ਤੀਜੀ ਹੈਗੀ ਹੈ ਨੈਗੇਟਿਵ એનર્ਜੀ ਤੇ ਪੋਜ਼ਿਟਿਵ ਸਪਿਨ ਤੇ ਚੌਥੀ ਹੈ ਨੈਗੇਟਿਵ ਊਰਜਾ ਤੇ ਨੈਗੇਟਿਵ ਹੀ ਸਪਿਨ। ਇਹ 4 ਪੋਸੀਬਿਲਿਟੀਆਂ ਇੱਥੇ ਬਣਦੀਆਂ ਨੇ। ਇੱਕ ਵਾਰੀ ਦੋਨੋਂ ਊਰਜਾ ਤੇ ਪੋਜ਼ਿਟਿਵ ਦੋਨੋਂ ਪੋਜ਼ਿਟਿਵ ਨੇ, ਇੱਕ ਵਾਰੀ ਇਹ ਊਰਜਾ ਤੇ ਸਪਿਨ ਦੋਵੇਂ ਪੋਜ਼ਿਟਿਵ ਨੇ, ਇੱਕ ਵਾਰੀ ਦੋਵੇਂ ਨੈਗੇਟਿਵ ਨੇ ਤੇ ਇੱਕ ਵਾਰੀ ਇਹ ਅਪੋਜ਼ਿਟ ਆਰਡਰ ਵਿੱਚ ਨੇ। ਇੱਕ ਵਾਰੀ એનર્ਜੀ ਪੋਜ਼ਿਟਿਵ ਹੈ ਉੱਥੇ ਸਪਿਨ ਨੈਗੇਟਿਵ ਹੈ, ਜਿੱਥੇ એનર્ਜੀ ਨੈਗੇਟਿਵ ਹੈ ਉੱਥੇ ਸਪਿਨ ਪੋਜ਼ਿਟਿਵ ਹੈ। ਇਹ 4 ਪੋਸੀਬਿਲਿਟੀਆਂ ਇੱਥੇ ਬਣਦੀਆਂ ਨੇ। ਇੱਥੇ ਮੈਂ ਖੋਲ ਕੇ ਲਿਖ ਦਿੱਤਾ ਇਹਨਾਂ ਨੂੰ ਸਾਰੇ ਮੈਟ੍ਰਿਕਸਾਂ ਨੂੰ। ਜਿਵੇਂ ਇੱਥੇ ਦੇਖ ਸਕਦੇ ਹਾਂ ਕਿ ਬੀਟਾ ਹੈਗਾ ਇਹ ਆਇਡੈਂਟੀ ਮੈਟ੍ਰਿਕਸ ਹੈ, 1 1 ਵਾਲਾ ਇੱਥੇ ਹੈ ਤੇ ਇੱਥੇ -1 ਵਾਲਾ ਇਸ ਦਾ ਅਪੋਜ਼ਿਟ ਮਾਈਨਸ ਇਸ ਦਾ ਮਾਈਨਸ ਆਇਡੈਂਟੀ ਮੈਟ੍ਰਿਕਸ ਇੱਥੇ ਹੈ ਆਫ ਡਾਇਗਨਲ ਤੇ ਇਸ ਦੇ ਡਾਇਗਨਲ 0 ਹੈ। ਇਸ ਦੇ ਦੋਨੋਂ ਡਾਇਗਨਲ 'ਚ ਜਿੱਥੇ ਪਹਿਲਾਂ 0 0 ਲਿਖਿਆ ਸੀ ਇੱਥੇ 4 4 ਜ਼ੀਰੋ ਨੇ। ਇਹ 4 4 ਐਲੀਮੈਂਟ ਇੱਥੇ ਆਇਡੈਂਟੀ ਮੈਟ੍ਰਿਕਸ ਦੇ ਇੱਧਰ ਨੂੰ ਨੇ ਤੇ ਫਿਰ ਇਸ ਦੇ ਵਿੱਚ ਅਲਫਾ 1 ਹੈ ਜੋ ਇਸ ਦੇ ਵਿੱਚ ਪਹਿਲਾ ਪੋਲੀਮੈਟ੍ਰਿਕਸ ਹੈ 0 1 1 0 ਵਾਲਾ ਤੇ ਇੱਧਰ ਇਸ ਦੇ ਆਫ ਡਾਇਗਨਲ 0 ਹੈ। ਡਾਇਗਨਲ ਇਸ ਦੇ ਇੱਥੇ ਪਹਿਲਾ ਪੋਲੀਮੈਟ੍ਰਿਕਸ ਹੈ, ਦੂਜਾ ਮਾਈਨਸ ਪੋਲੀਮੈਟ੍ਰਿਕਸ ਹੈ ਸਿਗਮਾ ਐਕਸ ਵਾਲਾ। ਇੱਥੇ 1 1 ਹੈ ਤੇ ਇੱਥੇ -1 ਹੈ ਤੇ ਦੂਜਾ ਇਸ ਤੋਂ ਬਾਅਦ ਹੈਗਾ ਅਲਫਾ ਵਾਈ ਵਾਲਾ। ਇਸ ਦੇ ਵਿੱਚ ਮਾਈਨਸ ਓਟਾ ਤੇ ਓਟਾ ਵਾਲਾ ਇੱਥੇ ਹੈ ਤੇ ਇੱਥੇ ਇਸ ਦਾ ਅਪੋਜ਼ਿਟ ਹੈ। ਇੱਥੇ ਜਿੱਥੇ ਪਲੱਸ ਓਟਾ ਉੱਥੇ ਮਾਈਨਸ ਓਟਾ ਹੈ ਤੇ ਇੱਥੇ ਮਾਈਨਸ ਓਟੀ ਦੀ ਜਗ੍ਹਾ ਪਲੱਸ ਓਟਾ। ਇਹ ਡਾਇਗਨਲੀ ਇਸ ਤਰੀਕੇ ਨਾਲ ਇਹ 2 ਪੋਲੀਮੈਟ੍ਰਿਕਸ ਜਿਹੜੇ ਸਿਗਮਾ ਵਾਈ ਵਾਲੇ ਨੇ ਤੇ ਇਸ ਦਾ ਆਫ ਡਾਇਗਨਲ 0 ਹੈ ਦੋਨੋਂ ਤੇ 4 4 ਐਂਟਰੀਆਂ ਇੱਥੇ ਬਣ ਜਾਂਦੀਆਂ ਜ਼ੀਰੋ ਦੀਆਂ। ਤੇ ਇਸੇ ਤਰ੍ਹਾਂ ਜਿਹੜਾ ਸਿਗਮਾ ਜੀ ਹੈ ਇੱਥੇ ਸਿਗਮਾ 3 ਲਿਖਿਆ ਹੋਇਆ ਹੈ, ਸਿਗਮਾ 3 ਸਮਝਿਆ ਜਾ ਸਕਦਾ ਇਸ ਨੂੰ। ਇਹ ਇੱਥੇ 1 -1 ਹੈ। ਜਿਵੇਂ ਇਸ ਦਾ ਜਿਵੇਂ ਦੱਸਿਆ ਸੀ ਕਿ ਇਹ ਜੀ ਐਕਸਸ ਵੱਲ ਨੂੰ ਦਿਖਾਉਂਦਾ ਹੈ, ਜੀ ਐਕਸਸ ਉੱਪਰ 1 ਹੈ ਥੱਲੇ -1 ਦੀ ਅਵਸਥਾ ਹੈ। ਇਸੇ ਤਰ੍ਹਾਂ ਇੱਥੇ ਉਲਟਾ ਕੇ -1 ਦੀ ਥੱਲੇ ਹੈ ਤੇ ਉੱਪਰ -1 ਦੀ ਥੱਲੇ +1 ਦੀ ਹੈ ਕਿਉਂਕਿ ਉਸਨੂੰ ਸਮਿਟਰਿਕ ਕੀਤਾ ਜਾਂਦਾ ਤੇ ਇੱਥੇ ਇਸ ਦਾ ਆਫ ਡਾਇਗਨਲ 0 ਹੈ ਤੇ ਇੱਧਰ ਹੈ ਜੋ ਇਸ ਦੇ ਵਿੱਚ ਪਲੱਸ ਆਈ ਤੇ ਮਾਈਨਸ ਆਈ
ਇਹ ਸਾਰੀ ਚਾਰੇ ਜਿਹੜੀਆਂ ਦਿਸ਼ਾਵਾਂ ਨੇ ਬਾਹਰ ਦੀ ਦਿਸ਼ਾ ਤੇ ਅੰਦਰ ਦੀ ਦਿਸ਼ਾ ਇਮੈਜਨਰੀ ਹੈ। ਜਿਵੇਂ ਸਾਡੀ ਸਕਰੀਨ ਤੋਂ ਇਹ ਵਾਲਾ ਏਓਟਾ ਬਾਹਰ ਵੱਲ ਨੂੰ ਹੈ, ਉਧਰ ਏਓਟਾ ਅੰਦਰ ਵੱਲ ਨੂੰ ਹੈ ਸਕਰੀਨ ਦੇ। ਇਸੇ ਤਰੀਕੇ ਨਾਲ ਥੱਲੇ ਇਹ ਬਾਹਰ ਵਾਲੀ ਸਾਈਡ ਮਾਈਨਸ ਹੈ ਤੇ ਉਧਰਲੀ ਸਾਈਡ ਏਓਟਾ ਜੋ ਕਾਲਪਨਿਕ ਜੋ ਸਕਰੀਨ ਦੇ ਬੈਕ ਸਾਈਡ ਵਾਲੀ ਹੈ ਉਹ ਇੱਥੇ ਇਮੈਜਨਰੀ ਏਓਟਾ ਹੈ। ਤੇ ਇੱਥੇ ਦੋਨੋਂ ਦਿਸ਼ਾਵਾਂ ਦੇ ਵਿੱਚ ਇਸ ਨੂੰ ਰਿਸਪੈਕਟ ਦਿੱਤੀ ਗਈ ਹੈ। ਇਸੇ ਤਰੀਕੇ ਨਾਲ ਇੱਧਰ ਪਲੱਸ ਜੀ ਤੇ ਮਾਈਨਸ ਜੀ ਹੈ, ਜੋ ਉੱਪਰਲਾ ਪਾਸਾ ਤੇ ਥੱਲੇ ਵਾਲਾ ਪਾਸਾ ਇਹ ਵੀ ਉਲਟਾ ਕੇ ਲਿਖਿਆ ਗਿਆ ਹੈ। ਇੱਥੇ ਇੱਧਰ ਸਾਹਮਣੇ ਤੇ ਪਿੱਛੇ ਵਾਲਾ ਉਲਟਾ ਕੇ ਲਿਖਿਆ ਗਿਆ। ਇੱਧਰ ਖੱਬਾ ਸੱਜਾ ਪਾਸਾ ਉਲਟਾ ਕੇ ਲਿਖਿਆ ਗਿਆ। ਖੱਬਾ ਸੱਜਾ ਪਾਸਾ 1 1 ਹੈ, ਦੋਨੋਂ ਖੱਬੇ ਪਾਸੇ। ਤੇ ਇਹ ਟੋਟਲ ਨੂੰ ਇੱਧਰ -1 ਕੀਤਾ ਗਿਆ ਦੋਨਾਂ ਨੂੰ। ਤਾਂ ਇੱਥੇ ਇਸ ਨੂੰ ਇੱਧਰਲੇ ਪਾਸੇ ਨੂੰ ਵੀ ਉਲਟਾਇਆ ਗਿਆ ਹੈ ਤੇ ਖੱਬੇ ਤੇ ਸੱਜੇ ਪਾਸੇ ਨੂੰ ਅਗਰ ਅਸੀਂ ਪੋਜ਼ਿਟਿਵ ਮੰਨਦੇ ਹਾਂ ਤੇ ਖੱਬੇ ਤੇ ਸੱਜੇ ਪਾਸੇ ਨੂੰ ਨੈਗੇਟਿਵ ਵੀ ਮੰਨ ਸਕਦੇ ਹਾਂ। ਇਹ ਆਫ ਡਾਇਗੋਨਲ ਐਂਟਰੀਆਂ 0 ਹੈ। ਤੇ ਇੱਧਰ ਬੀਟਾ ਹੈ ਜੋ ਇਹ ਆਇਡੈਂਟੀ ਮੈਟ੍ਰਿਕਸ ਹੈ 1 1 ਵਾਲਾ। ਤੇ ਇੱਧਰ ਇਹ ਵੀ ਇੱਥੇ ਥੱਲੇ ਉਲਟਾ ਕੇ ਲਿਖਿਆ ਗਿਆ। ਇਹ ਆਇਡੈਂਟੀ ਮੈਟ੍ਰਿਕਸ ਦੇ ਲਈ ਹੈ ਬੀਟਾ। ਪੋਜ਼ਿਟਿਵ ਊਰਜਾ ਤੇ ਪੋਜ਼ਿਟਿਵ ਸਪਿਨ ਇਹ ਵਾਲੀਆਂ ਚਾਰੇ ਮੈਂ ਫੇਰ ਲਿਖੀਆਂ ਨੇ ਇੱਥੇ ਦੁਬਾਰਾ। ਹਰੇਕ ਦੇ ਲਈ ਇੱਕ ਐਂਟਰੀ ਹੁੰਦੀ ਹੈ। ਇਸ ਤਰੀਕੇ ਨਾਲ ਤਾਂ ਇਹ 16 ਐਂਟਰੀਆਂ ਇੱਧਰ ਨੇ, 16 ਇੱਥੇ ਤੇ 16 ਇੱਥੇ ਤੇ 16 ਇੱਥੇ, ਟੋਟਲ 64 ਐਂਟਰੀਆਂ ਹੋ ਜਾਂਦੀਆਂ ਨੇ ਚਾਰੇ ਪਾਸੇ। ਤਾਂ ਇਹ ਸਪਿਨ Z ਐਕਸਿਸ ਦੀ ਦਿਸ਼ਾ ਵਿੱਚ ਲਿਆ ਗਿਆ ਹੁੰਦਾ ਹੈ। ਜਿਹੜਾ ਸਾਰਾ ਇਹ ਇੱਥੇ ਜਿਹੜੇ ਪੋਲੀਮੈਟ੍ਰਿਕਸ ਲਿਖੇ ਗਏ ਨੇ, ਯਾਨੀ ਕਿ Z ਐਕਸਿਸ ਦੀ ਦਿਸ਼ਾ ਦੇ ਵਿੱਚ ਅੱਧਾ ਸਪਿਨ ਹੈ। ਇਸ ਲਈ ਡਰਾਕ ਇਕੁਏਸ਼ਨ ਵਿੱਚ 4 ਕੰਪੋਨੈਂਟ ਹੁੰਦੇ ਹਨ। ਪੋਜ਼ਿਟਿਵ ਅਤੇ ਨੈਗੇਟਿਵ ਊਰਜਾ ਬਿਲਕੁਲ ਇੱਕ ਡਾਇਮੈਂਸ਼ਨਲ ਉਦਾਹਰਣ ਦੀ ਤਰ੍ਹਾਂ ਹੁੰਦੀ ਹੈ ਤੇ ਅਪ ਸਪਿਨ ਤੇ ਡਾਊਨ ਸਪਿਨ ਹੁੰਦੇ ਹਨ। ਇਸ ਸਭ ਨੂੰ ਸਮਝਣ ਦਾ ਸੌਖਾ ਤਰੀਕਾ ਇਹ ਹੈ ਕਿ 0 ਮੋਮੈਂਟਮ ਵਾਲੇ ਡਿਰਾਕ ਕਣਾਂ ਨੂੰ ਦੇਖਿਆ ਜਾਵੇ। ਯਾਨੀ ਕਿ ਇੱਕ 0 ਮੋਮੈਂਟਮ ਵਾਲਾ ਕਣ ਲਓ ਜਿਸ ਵਿੱਚ k = 0 ਹੁੰਦਾ ਹੈ, ਜੋ ਅਲਫਾ ਵਾਲੇ ਮੈਟ੍ਰਿਕਸ ਨੂੰ ਹਟਾ ਦਿੰਦਾ ਹੈ। ਇੱਥੇ ਅਗਰ k 0 ਹੈ ਤਾਂ ਉਹ ਜਿਹੜਾ ਸਾਡੀ ਇੱਕ ਪਹਿਲਾਂ ਕੰਡੀਸ਼ਨ ਸੀਗੀ k² + m² ਵਾਲੀ, ਉੱਥੇ ਅਗਰ k 0 ਹੈ ਤਾਂ ਉਹ ਸਾਰਾ ਇੱਥੇ ਅਲਫਾ ਇਹ ਵਾਲੀ ਰਕਮ ਹੈ ਜੋ ਡਿਰਾਕ ਇਕੁਏਸ਼ਨ 'ਚ ਉੜ ਜਾਏਗੀ। ਫਿਰ ਸਾਡੇ ਕੋਲ ਬਹੁਤ ਸਰਲ ਸਮੀਕਰਨ ਬਣ ਜਾਂਦੀ ਹੈ ਜਿਸ ਦੇ ਵਿੱਚ ਸਾਈ ਵੇਵ ਫੰਕਸ਼ਨ ਸਪੇਸ ਦੇ ਵਿੱਚ ਸਥਿਰ ਹੋ ਜਾਂਦਾ ਹੈ। ਯਾਨੀ ਕਿ ਇਸ ਦਾ ਸਪੇਸ ਡੈਰੀਵੇਟਿਵ ਸਮੀਕਰਨ ਦੇ ਵਿੱਚੋਂ ਹਟ ਜਾਂਦਾ ਹੈ। ਇਹ ਵਾਲਾ ਸਪੇਸ ਡੈਰੀਵੇਟਿਵ ਹੈ ਜੋ ਇਹ ਸਾਰੀ ਰਕਮ 0 ਹੋ ਜਾਂਦੀ ਹੈ ਤੇ ਬੀਟਾ m ਸਾਈ ਹੀ ਸਾਡੇ ਕੋਲ ਬਚ ਜਾਂਦਾ। ਫਿਰ ਸਾਰੀ ਡਿਰਾਕ ਸਮੀਕਰਨ ਇੰਨੀ ਕੁ ਰਹਿ ਜਾਂਦੀ ਹੈ। ਏਓਟਾ dψ/dt = ਬੀਟਾ m ਸਾਈ। ਇਹ ਉੱਪਰ ਜੋ ਲਿਖੀ ਗਈ ਹੈ ਡਿਰਾਕ ਇਕੁਏਸ਼ਨ, ਇਸ ਦੇ ਵਿੱਚੋਂ ਇਹ ਵਾਲੀ ਪਹਿਲੀ ਰਕਮ ਹਟ ਜਾਂਦੀ ਹੈ ਕਿਉਂਕਿ ਅਲਫਾ n ਇੱਥੇ 0 ਹੁੰਦਾ। ਤਾਂ ਇੱਥੇ ਬੀਟਾ m ਸਾਈ ਹੀ ਬਚ ਜਾਂਦਾ ਤੇ ਅੱਗੇ ਦਾ ਟਾਈਮ ਡੈਰੀਵੇਟਿਵ ਬਣ ਜਾਂਦਾ ਸਾਈ ਦਾ ਏਓਟਾ ਦੇ ਨਾਲ ਮਲਟੀਪਲਾਈ ਕਰਕੇ। ਤਾਂ ਇਹ ਰੈਸਟ ਕਰ ਰਹੇ ਕਣ ਦੇ ਲਈ ਹੁੰਦੀ ਹੈ ਜਿਸ ਦਾ ਮੋਮੈਂਟਮ 0 ਹੁੰਦਾ ਹੈ, ਜਿਸ ਵਿੱਚ ਕੋਈ ਗਤੀ ਨਹੀਂ ਹੁੰਦੀ। ਇਹ ਉਸ ਕਣ ਦੇ ਲਈ ਹੈ, ਰੈਸਟ ਮਾਸ ਦੇ ਲਈ। ਫਿਰ ਕਣ ਦੇ ਲਈ ਸਪੇਸ ਤੇ ਕੋਈ ਨਿਰਭਰਤਾ ਨਹੀਂ ਰਹਿੰਦੀ ਕਿਉਂਕਿ ਇਸ ਦੇ ਵਿੱਚ ਸਪੇਸ ਵਾਲਾ ਕੰਪੋਨੈਂਟ ਹੀ ਨਹੀਂ ਹੈ, ਜਿਸ ਕਾਰਨ ਇਹ ਸਪੇਸ ਦੇ ਸੰਦਰਭ ਦੇ ਵਿੱਚ ਪੂਰੀ ਤਰ੍ਹਾਂ ਕਾਂਸਟੈਂਟ ਹੋ ਜਾਂਦਾ ਹੈ। ਫਿਰ ਸਮੀਕਰਨ ਸਾਨੂੰ ਸੰਭਵ ਫ੍ਰੀਕੁਐਂਸੀਆਂ ਬਾਰੇ ਦੱਸਦੀ ਹੈ। ਅਸੀਂ ਇਸ ਨੂੰ ਇੱਕ ਵੱਖਰੇ ਤਰੀਕੇ ਨਾਲ ਲਿਖ ਸਕਦੇ ਹਾਂ। ਅਸੀਂ ਸਾਈ ਦੀਆਂ ਚਾਰੇ ਕਿਸਮਾਂ ਲੈਂਦੇ ਹਾਂ। ਤਾਂ 4 ਸਾਈ ਦੀਆਂ ਇੱਥੇ ਕਿਸਮਾਂ ਲਈਆਂ ਗਈਆਂ, ਸਾਈ 1, ਸਾਈ 2, ਸਾਈ 3 ਤੇ ਸਾਈ 4 ਦਾ ਇੱਕ ਕਾਲਮ ਵੈਕਟਰ ਦੇ ਰੂਪ 'ਚ ਇਸ ਨੂੰ ਲਿਖਿਆ ਗਿਆ। ਉੱਪਰਲੇ ਖਾਨੇ ਵਿੱਚ ਸਾਈ ਪਲੱਸ ਲਿਖਦੇ ਹਾਂ ਤੇ ਥੱਲੇ ਵਾਲੇ ਖਾਨੇ ਵਿੱਚ ਸਾਈ ਮਾਈਨਸ ਲਿਖਦੇ ਹਾਂ। ਤਾਂ ਇੱਥੇ ਇੱਕ ਅਸੀਂ 2 ਖਾਨਿਆਂ ਵਿੱਚ ਇਸ ਨੂੰ ਵੰਡ ਦਿੱਤਾ ਹੈ, ਸਾਈ 1, ਸਾਈ 2, ਸਾਈ 3 ਤੇ ਸਾਈ 4 ਨੂੰ। ਉੱਪਰਲੇ 2 ਖਾਨਿਆਂ ਦੇ ਵਿੱਚ ਅਸੀਂ ਸਾਈ ਪਲੱਸ ਇਹਨਾਂ ਨੂੰ ਅਸੀਂ ਸਾਈ ਪਲੱਸ ਕਹਿ ਸਕਦੇ ਹਾਂ ਤੇ ਥੱਲੇ ਵਾਲੇ ਦੋਵਾਂ ਨੂੰ ਸਾਈ ਮਾਈਨਸ ਕਹਿ ਸਕਦੇ ਹਾਂ। ਸਾਈ ਪਲੱਸ ਦੇ 2 ਮੁੱਲ ਹੁੰਦੇ ਹਨ, ਸਾਈ ਪਲੱਸ ਅਪ ਤੇ ਸਾਈ ਪਲੱਸ ਡਾਊਨ।
ਇਸ ਤਰੀਕੇ ਨਾਲ ਸਾਈ ਮਾਈਨਸ ਦੇ ਵੀ ਦੋ ਮੁੱਲ ਹੁੰਦੇ ਹਨ, ਸਾਈ ਮਾਈਨਸ ਅਪ ਤੇ ਸਾਈ ਮਾਈਨਸ ਡਾਊਨ। ਇਸ ਨਵੀਂ ਪਰਿਭਾਸ਼ਾ ਦੇ ਨਾਲ ਚਾਰੇ ਸਾਈਆਂ ਇੰਝ ਲਿਖ ਸਕਦੇ ਹਾਂ। ਇਹ ਚਾਰੇ ਜੋ ਸਾਈਆਂ ਨੇ ਸਾਡੀਆਂ ਸਾਈ 1 ਸਾਈ 2 ਸਾਈ 3 ਤੇ ਸਾਈ 4 ਦਾ ਕਾਲਮ ਵੈਕਟਰ ਹੈ, ਇਸ ਨੂੰ ਇਸ ਤਰੀਕੇ ਨਾਲ ਲਿਖ ਸਕਦੇ ਹਾਂ, ਸਾਈ ਪਲੱਸ ਅਪ ਸਾਈ ਪਲੱਸ ਡਾਊਨ। ਯਾਨੀ ਕਿ ਅਪ ਡਾਊਨ ਦੇ ਲਈ ਸਾਈ ਪਲੱਸ ਦੀਆਂ ਦੋ ਇੱਥੇ ਕਿਸਮਾਂ ਨੇ ਤੇ ਅਪ ਡਾਊਨ ਦੇ ਲਈ ਸਾਈ ਮਾਈਨਸ ਦੀਆਂ ਵੀ ਦੋ ਕਿਸਮਾਂ ਨੇ। ਇਸ ਤਰ੍ਹਾਂ ਦੋ ਕੰਪੋਨੈਂਟ ਵਾਲੀ ਚੀਜ਼ਾਂ ਮਿਲ ਕੇ ਚਾਰ ਕੰਪੋਨੈਂਟਾਂ ਵਾਲੀ ਇੱਕ ਚੀਜ਼ ਬਣਾਉਂਦੀਆਂ। ਇਹ ਦੋ ਕੰਪੋਨੈਂਟਾਂ ਵਾਲੀ ਚੀਜ਼ ਹੈ ਜੋ ਸਾਈ ਪਲੱਸ ਤੇ ਸਾਈ ਮਾਈਨਸ, ਇਹ ਅੱਗੇ ਚਾਰ ਹੋ ਜਾਂਦੀਆਂ ਨੇ ਕਿਉਂਕਿ ਸਾਈ ਪਲੱਸ ਦੇ ਵਿੱਚ ਫਿਰ ਦੋ ਕੁਆਲਿਟੀਆਂ ਨੇ ਤੇ ਸਾਈ ਮਾਈਨਸ ਦੇ ਵਿੱਚ ਵੀ ਦੋ ਕਿਸਮਾਂ ਹੋਰ ਨੇ, ਅਪ ਤੇ ਡਾਊਨ ਵਾਲੀਆਂ। ਡਿਰਾਕ ਦੀ ਇਕੁਏਸ਼ਨ ਹੁਣ ਬਹੁਤ ਸਰਲ ਹੋ ਜਾਂਦੀ ਹੈ। ਹੁਣ ਸਾਨੂੰ ਬੀਟਾ ਮੈਟ੍ਰਿਕਸ ਇਸ ਤਰੀਕੇ ਨਾਲ ਮਿਲਦਾ ਤਾਂ ਬੀਟਾ ਜਿਹੜਾ ਹੁਣ ਸਾਨੂੰ ਇੰਨੇ ਕੁ ਬੀਟੇ ਨਾਲੇ ਸਰ ਜਾਂਦਾ ਸਾਡਾ 0 1 1 0 ਨਾਲ। ਤਾਂ ਇੱਥੇ ਇਸ ਨੂੰ ਅਸੀਂ 16 ਐਂਟਰੀਆਂ ਲਿਖਣੀਆਂ ਪੈਂਦੀਆਂ, ਇਸ ਵਿੱਚ 4 ਐਂਟਰੀਆਂ ਨਾਲੇ ਸਰ ਜਾਂਦਾ, 2x2 ਮੈਟ੍ਰਿਕਸ ਨਾਲ ਸਰ ਜਾਂਦਾ। ਇੱਥੇ ਬੀਟਾ 0 1 1 0 ਦੀ ਹੀ ਸਾਨੂੰ ਜ਼ਰੂਰਤ ਪੈਂਦੀ ਹੈ। ਇਸ ਦੀ ਵਰਤੋਂ ਦੇ ਨਾਲ ਅਸੀਂ ਹੁਣ ਇਸ ਨੂੰ ਦੁਬਾਰਾ ਦੋ ਕੰਪੋਨੈਂਟਾਂ ਵਾਲੇ ਵੇਵ ਫੰਕਸ਼ਨ ਸਾਈ ਪਲੱਸ ਅਤੇ ਸਾਈ ਮਾਈਨਸ ਨੂੰ ਲਗਾ ਕੇ ਇਸ ਤਰੀਕੇ ਨਾਲ ਲਿਖ ਸਕਦੇ ਹਾਂ ਤੇ ਉਲਟਾ ਡੀ ਸਾਈ ਡੀ ਬਾਈ ਡੀ ਟੀ ਸਾਈ ਪਲੱਸ ਸਾਈ ਮਾਈਨਸ ਦੀ ਡਿਫਰੈਂਸ਼ੀਏਸ਼ਨ ਹੈ, ਟਾਈਮ ਡੈਰੀਵੇਟਿਵ ਇਸ ਦਾ, ਤੇ ਇਸ ਦੇ ਵਿੱਚ ਅੱਗੇ ਇੱਥੇ ਐਮ ਬੀਟਾ ਸਾਈ, ਐਮ ਇਹ ਹੈ, ਬੀਟਾ ਇੱਥੇ ਇਹ ਵਾਲਾ ਅਸੀਂ ਲੈਂਦੇ ਹਾਂ ਹੁਣ 2/2 ਵਾਲਾ 0 1 1 0 ਵਾਲਾ, ਤੇ ਸਾਈ ਪਲੱਸ ਸਾਈ ਮਾਈਨਸ ਇਹ ਅਸੀਂ ਇਹਨਾਂ ਨੂੰ ਸ਼ਾਰਟ ਕਰਕੇ ਲਿਖ ਦਿੱਤਾ ਸਾਈ ਪਲੱਸ ਤੇ ਸਾਈ ਮਾਈਨਸ। ਇਹਨਾਂ ਦੇ ਵਿੱਚ ਦੋ ਕਿਸਮਾਂ ਫੇਰ ਨੇ ਹਾਲਾਂਕਿ। ਤਾਂ ਇਹ ਸਾਡੀ ਇਕੁਏਸ਼ਨ ਹੈ ਜਿਹੜੀ ਬੀਟਾ ਐਮ ਸਾਈ ਵਾਲੀ, ਇਹਦੇ ਵਿੱਚ ਐਮ ਨੂੰ ਮੂਹਰੇ ਲਿਖਤਾ ਸੀ, ਬੀਟਾ ਨੂੰ ਪਿੱਛੇ ਲਿਖਿਆ ਗੱਬੇ ਲਿਖ ਦਿੱਤਾ, ਤੇ ਸਾਈ ਇੱਥੇ ਦੋ ਕਿਸਮਾਂ ਦੇ ਵਿੱਚ ਹੈ, ਸਾਈ ਪਲੱਸ ਤੇ ਸਾਈ ਮਾਈਨਸ ਦੀਆਂ, ਜਿਨ੍ਹਾਂ ਦੇ ਵਿੱਚ ਅੱਗੇ ਦੋ ਕਿਸਮਾਂ ਹੋਰ ਨੇ ਅਪ ਡਾਊਨ ਵਾਲੀਆਂ। ਹੁਣ ਅਸੀਂ ਇਸ ਨੂੰ ਜਦੋਂ ਮਲਟੀਪਲਾਈ ਕਰਾਂਗੇ 0 1 1 0 ਨੂੰ, ਤਾਂ ਇਸ ਦੇ ਨਾਲ ਜਿਹੜਾ ਇਸ ਦਾ ਸਾਈਨ ਹੈ ਇਹ ਪਲੱਸ ਸਾਈ ਪਲੱਸ ਵਾਲਾ ਉੱਪਰ ਸੀ, ਸਾਈ ਮਾਈਨਸ ਵਾਲਾ ਥੱਲੇ ਸੀ, ਉਹ ਉਲਟ ਜਾਂਦਾ, ਸਾਈ ਮਾਈਨਸ ਉੱਪਰ ਆ ਜਾਂਦਾ, ਸਾਈ ਪਲੱਸ ਥੱਲੇ ਚਲੇ ਜਾਂਦਾ। ਤੁਸੀਂ ਇਸ ਨੂੰ ਗੁਣਾ ਕਰਕੇ ਦੇਖ ਸਕਦੇ ਹਾਂ। ਪਹਿਲਾਂ ਅਸੀਂ ਪਹਿਲੀ ਲਾਈਨ ਨੂੰ ਇੱਧਰ ਗੁਣਾ ਕਰਾਂਗੇ ਤਾਂ ਸਾਈ ਮਾਈਨਸ ਦੀ ਜਗ੍ਹਾ 1 ਨਾਲ ਮਲਟੀਪਲਾਈ ਹੋਏਗਾ ਤਾਂ ਸਾਈ ਮਾਈਨਸ ਆ ਜਾਏਗਾ, ਸਾਈ ਪਲੱਸ 0 ਨਾਲ ਮਲਟੀਪਲਾਈ ਹੋ ਕੇ ਉੱਪਰ ਸਿਰਫ ਸਾਈ ਮਾਈਨਸ ਬਚੇਗਾ, ਤੇ ਥੱਲੇ ਵਾਲੀ ਲਾਈਨ ਹੈ 1 0 1 ਦੇ ਨਾਲ ਸਾਈ ਪਲੱਸ ਨੂੰ ਮਲਟੀਪਲਾਈ ਕਰਾਂਗੇ ਤਾਂ ਸਾਈ ਪਲੱਸ ਆ ਗਿਆ, ਇੱਥੇ 0 ਨੂੰ ਇਹਦੇ ਨਾਲ ਮਲਟੀਪਲਾਈ ਕਰਾਂਗੇ ਤਾਂ ਕੁਛ ਨਹੀਂ ਆਏਗਾ, ਤਾਂ ਸਾਈ ਪਲੱਸ ਥੱਲੇ ਪਹੁੰਚ ਜਾਂਦਾ ਤੇ ਸਾਈ ਮਾਈਨਸ ਉੱਪਰ ਆ ਜਾਂਦਾ ਹੈ। ਤਾਂ ਇਹ ਇਕੁਏਸ਼ਨ ਇਸ ਤਰੀਕੇ ਨਾਲ ਬਣ ਜਾਂਦੀ ਹੈ। ਇਹ ਨਵੇਂ ਦੋ ਕੰਪੋਨੈਂਟ ਸਿਸਟਮ ਦੇ ਦੋਵੇਂ ਕੰਪੋਨੈਂਟਾਂ ਨੂੰ ਆਪਸ ਵਿੱਚ ਪਲਟਾ ਦਿੰਦਾ। ਜਿਹੜਾ ਇੱਥੇ ਬੀਟਾ ਸੀਗਾ ਇਹ ਇਹਨਾਂ ਨੂੰ ਉਲਟਾ ਦਿੰਦਾ ਕੰਪੋਨੈਂਟਾਂ ਨੂੰ, ਸਾਈ ਪਲੱਸ ਉੱਪਰ ਨੂੰ ਥੱਲੇ ਪਹੁੰਚਾ ਦਿੰਦਾ, ਥੱਲੇ ਵਾਲੇ ਕੰਪੋਨੈਂਟ ਨੂੰ ਉੱਪਰ ਪਹੁੰਚਾ ਦਿੰਦਾ। ਹੁਣ ਸਮੀਕਰਨ ਇਹ ਕਹਿਣ ਲੱਗ ਜਾਂਦੀ ਹੈ, ਤੇ ਹੁਣ ਇੱਥੇ ਜੋ ਸਮੀਕਰਨ ਦਾ ਮੀਨਿੰਗ ਹੈ ਉਹ ਇਹ ਨਿਕਲਦਾ ਕਿ ਜਿਹੜਾ ਸਾਈ ਪਲੱਸ ਹੈ ਜਦੋਂ ਇਸ ਦੀ ਡਿਫਰੈਂਸ਼ੀਏਸ਼ਨ ਕਰਦੇ ਹਾਂ ਅਸੀਂ, ਕਿਉਂਕਿ ਆਪਰੇਟਰ ਜਦੋਂ ਅੱਗੇ ਆਪਰੇਟ ਕਰਦਾ ਤਾਂ ਇਹ ਐਮ ਸਾਈ ਮਾਈਨਸ ਬਣ ਜਾਂਦਾ ਹੈ। ਇੱਥੋਂ ਪਤਾ ਲੱਗਦਾ ਕਿ ਸਾਈ ਪਲੱਸ ਦੇ ਉੱਤੇ ਟਾਈਮ ਡੈਰੀਵੇਟਿਵ ਜਦੋਂ ਆਪਰੇਟ ਕਰਦਾ ਹੈ ਤਾਂ ਇਹ ਸਾਈ ਮਾਈਨਸ ਬਣਾ ਦਿੰਦਾ, ਤੇ ਸਾਈ ਮਾਈਨਸ ਦੇ ਉੱਤੇ ਜਦੋਂ ਆਪਰੇਟ ਕਰਦਾ ਇਹ ਟਾਈਮ ਡੈਰੀਵੇਟਿਵ ਵਾਲਾ ਆਪਰੇਟਰ ਤਾਂ ਇਸ ਨੂੰ ਸਾਈ ਪਲੱਸ ਬਣਾ ਦਿੰਦਾ। ਤਾਂ ਇਹ ਦੋ ਇਕੁਏਸ਼ਨਾਂ ਇਸ ਤਰੀਕੇ ਨਾਲ ਬਣ ਜਾਂਦੀਆਂ। ਦੋਵੇਂ ਇਕੁਏਸ਼ਨਾਂ ਉੱਪਰ ਲਿਖ ਦਿੱਤੀਆਂ ਗਈਆਂ। ਤਾਂ ਇਹ ਰੈਸਟ ਕਰ ਰਹੇ ਕਣਾਂ ਦੇ ਲਈ ਡਿਰਾਕ ਇਕੁਏਸ਼ਨ ਦਾ ਸਾਰਾ ਨਿਚੋੜ ਹੈ। ਹੁਣ ਅਗਲੇ ਕਦਮ ਦੇ ਤੌਰ ਤੇ ਅਸੀਂ ਇਹਨਾਂ ਸਮੀਕਰਨਾਂ ਨੂੰ ਜੋੜਦੇ ਅਤੇ ਘਟਾਉਂਦੇ ਹਾਂ। ਤਾਂ ਅਸੀਂ ਇਹਨਾਂ ਦੋਵੇਂ ਸਮੀਕਰਨਾਂ ਨੂੰ ਆਇਓਟਾ ਡੀ ਬਾਈ ਡੀ ਟੀ ਨੂੰ ਜੋ ਦੋਵੇਂ ਸਮੀਕਰਨਾਂ ਨੇ ਇਹਦੇ ਵਿੱਚ ਸਾਈ
प्लस तो साई माइनस जो इतने रिजल्ट है जो साई माइनस वाला तो ये वाली इक्वेशन है जो पहली है साई प्लस डी टी डी वाई डी साई प्लस वाई डी टी इतने डी साई माइनस वाई डी टी इसमें इस तरीके ਨਾਲ जोड़ना है ਅਸੀਂ ਦੋਵਾਂ ਨੂੰ जोड़ते हैं तो जोड़ के इसका जोड़ा इधर आ जाता है साई माइनस प्लस साई माइनस प्लस साई प्लस एम इतने कॉमन आ जाता है तो अगर जो इनका डिफरेंस है जोड़ा साई प्लस तो साई माइनस का डिफरेंस इसकी डिफरेंशिएशन है जो ये एम के नाल साई माइनस माइनस इतने साई प्लस है साई माइनस बन जाता है तो साई माइनस है जो साई प्लस बन जाता है इन्हों का जोड़ा डिफरेंस है तो इसनों असी एम नू माइनस लिख सकते हैं तो अंदर इस साई प्लस नू मूहरे करके लिख सकते हैं साई माइनस पिछे इस दे विच इत्थे भी साई प्लस नू मूहरे लिख सकते हैं साई माइनस नू पिछे वो दोवें प्लस ने कोई फर्क नहीं पैंदा इन्हां नू तो इत्थे असीं देख सकते हैं कि ਜਿਹੜੀ ਇਹ ਸਾਈ ਪਲੱਸ ਤੇ ਸਾਈ ਮਾਈਨਸ ਦਾ ਜੋੜ ਹੈ ਇਸ ਦਾ ਜਿਹੜਾ ਟਾਈਮ ਡੈਰੀਵੇਟਿਵ ਹੈ ਤੇ ਉਲਟੇ ਨਾਲ ਮਲਟੀਪਲਾਈਡ ਕੀਤਾ ਹੋਵੇ ਜਦੋਂ ਤਾਂ ਇਹ ਸਾਨੂੰ m ਦੇ ਨਾਲ ਮਲਟੀਪਲਾਈ ਕੀਤੀ ਹੈ ਸੇਮ ਫੰਕਸ਼ਨ ਦੁਬਾਰਾ ਦਿੰਦਾ ਸਾਈ ਪਲੱਸ ਸਾਈ ਮਾਈਨਸ ਵਾਲਾ ਇੱਥੇ ਸੇਮ ਫੰਕਸ਼ਨ ਸਾਨੂੰ ਦੁਬਾਰਾ ਮਿਲ ਗਿਆ ਤੇ m ਆਈਗਨ ਵੈਲਿਊ ਦੀ ਤਰ੍ਹਾਂ ਮਿਲੀ ਹੈ ਤੇ ਇੱਥੇ ਜਦੋਂ ਇਹ ਸਾਈ ਪਲੱਸ ਮਾਈਨਸ ਸਾਈ ਮਾਈਨਸ ਤੇ ਆਪਰੇਟ ਕਰਦਾ ਤੇ ਸਾਈ ਪਲੱਸ ਮਾਈਨਸ ਸਾਈ ਮਾਈਨਸ ਸਾਨੂੰ ਦੁਬਾਰਾ ਮਿਲਦਾ ਤੇ ਮਾਈਨਸ m ਵੀ ਮਿਲਦਾ ਸਾਨੂੰ ਇੱਥੇ ਦੋ ਆਈਗਨ ਵੈਲਿਊ ਸਾਨੂੰ ਮਿਲਦੀਆਂ m ਤੇ ਮਾਈਨਸ m ਇਸ ਤਰੀਕੇ ਨਾਲ ਇਹ ਸਮੀਕਰਨ ਦੋ ਆਤਮ ਨਿਰਭਰ ਸਮੀਕਰਨਾਂ ਦੇ ਵਿੱਚ ਬਦਲ ਜਾਂਦੀਆਂ ਜੋ ਇੱਕ ਦੂਜੀ ਸਮੀਕਰਨ ਦੇ ਨਾਲ ਮਿਕਸ ਨਹੀਂ ਹੋਈਆਂ ਹੁੰਦੀਆਂ ਤਾਂ ਇੱਥੇ ਜਿਹੜੀ ਸਮੀਕਰਨ ਦਾ ਟਾਈਮ ਡੈਰੀਵੇਟਿਵ ਕੀਤਾ ਜਾਂਦਾ ਰਿਜ਼ਲਟ ਦੇ ਵਿੱਚ ਸੇਮ ਸਮੀਕਰਨ ਸਾਨੂੰ ਦੁਬਾਰਾ ਮਿਲਦੀ ਹੈ ਇੱਥੇ ਪਲੱਸ ਵਾਲੀ ਹੀ ਦੁਬਾਰਾ ਮਿਲਦੀ ਹੈ ਇੱਥੇ ਮਾਈਨਸ ਵਾਲੀ ਸੇਮ ਸਾਨੂੰ ਵਾਪਸ ਮਿਲਦੀ ਹੈ ਤੇ ਇੱਥੇ m ਤੇ m ਮਾਈਨਸ ਦੇ ਰੂਪ ਦੇ ਵਿੱਚ ਸਾਨੂੰ ਦੋ ਆਈਗਨ ਵੈਲਿਊ ਮਿਲਦੀਆਂ ਇੱਥੇ ਟਾਈਮ ਡੈਰੀਵੇਟਿਵ ਆਇਓਟਾ ਡੀ ਬਾਈ ਡੀ ਟੀ ਫਰੀਕੁਐਂਸੀ ਓਮੇਗਾ ਦਿੰਦਾ ਹੈ ਜੋ ਸਾਈ ਪਲੱਸ ਪਲੱਸ ਸਾਈ ਮਾਈਨਸ ਦੇ ਲਈ m ਬਰਾਬਰ ਹੁੰਦੀ ਹੈ ਤਾਂ ਦੋਵਾਂ ਦੇ ਜੋੜ ਦੇ ਲਈ m ਦੇ ਬਰਾਬਰ ਹੁੰਦੀ ਹੈ ਫਰੀਕੁਐਂਸੀ ਓਮੇਗਾ ਤੇ ਦੋਵਾਂ ਦੇ ਡਿਫਰੈਂਸ ਦੇ ਲਈ ਮਾਈਨਸ m ਦੇ ਬਰਾਬਰ ਹੁੰਦੀ ਹੈ ਇਸ ਤਰ੍ਹਾਂ ਇਹ ਸਮੀਕਰਨਾਂ ਦੋ ਇੰਡੀਪੈਂਡੈਂਟ ਇਕੁਏਸ਼ਨਸ ਵਿੱਚ ਬਦਲ ਜਾਂਦੀਆਂ ਜੋ ਇੱਕ ਦੂਜੀ ਸਮੀਕਰਨ ਦੇ ਨਾਲ ਮਿਕਸ ਨਹੀਂ ਹੋਈਆਂ ਵੀ ਹੁੰਦੀਆਂ ਤੇ ਇੱਥੇ ਟਾਈਮ ਡੈਰੀਵੇਟਿਵ ਆਇਓਟਾ ਡੀ ਬਾਈ ਡੀ ਟੀ ਫਰੀਕੁਐਂਸੀ ਓਮੇਗਾ ਦਿੰਦਾ ਹੈ ਜੋ ਦੋਵਾਂ ਦੇ ਜੋੜ ਦੇ ਲਈ m ਬਰਾਬਰ ਹੁੰਦੀ ਹੈ ਤੇ ਦੋਵਾਂ ਦੇ ਡਿਫਰੈਂਸ ਦੇ ਲਈ ਮਾਈਨਸ m ਦੇ ਬਰਾਬਰ ਹੁੰਦੀ ਹੈ ਅਗਲਾ ਟੌਪਿਕ ਹੈ ਫਰਮੀ ਸਾਗਰ ਇੱਕ ਸਮੀਕਰਨ ਇੱਥੇ ਦੋਵੇਂ ਸਮੀਕਰਨਾਂ ਉੱਪਰ ਲਿਖ ਦਿੱਤੀਆਂ ਗਈਆਂ ਨੇ ਤਾਂ ਇਹਨਾਂ 'ਚੋਂ ਇੱਕ ਸਮੀਕਰਨ ਪੋਜ਼ਿਟਿਵ ਊਰਜਾ ਲਈ ਹੱਲ ਦਿੰਦੀ ਹੈ ਇਹ ਹੈ ਪਲੱਸ m ਵਾਲੀ ਹਰੇ ਰੰਗ ਵਾਲਾ m ਹੈ ਜੋ ਤੇ ਦੂਜੀ ਨੈਗੇਟਿਵ ਊਰਜਾ ਦੇ ਲਈ ਸੋਲਿਊਸ਼ਨ ਦਿੰਦੀ ਹੈ ਮਾਈਨਸ m ਵਾਲੀ ਇਸ ਲਈ ਇੱਕ ਪੋਜ਼ਿਟਿਵ એનર્ਜੀ ਰੱਖਣ ਵਾਲਾ ਇਲੈਕਟ੍ਰੋਨ ਹੁੰਦਾ ਹੈ ਤੇ ਇੱਕ ਨੈਗੇਟਿਵ એનર્ਜੀ ਰੱਖਣ ਵਾਲਾ ਵੀ ਹੁੰਦਾ ਹੈ ਸਾਈ ਪਲੱਸ ਪੋਜ਼ਿਟਿਵ એનર્ਜੀ ਦੇ ਨਾਲ ਸੰਬੰਧਿਤ ਵੇਵ ਫੰਕਸ਼ਨ ਹੈ ਤੇ ਸਾਈ ਮਾਈਨਸ ਹੈ ਜੋ ਇਹ ਨੈਗੇਟਿਵ એનર્ਜੀ ਦੇ ਨਾਲ ਸੰਬੰਧਿਤ ਵੇਵ ਫੰਕਸ਼ਨ ਹੈ ਤੇ ਜਿਨ੍ਹਾਂ ਵਿੱਚ ਅਜੇ ਦੋ ਹੋਰ ਕੰਪੋਨੈਂਟ ਹੁੰਦੇ ਹਨ ਦੋ ਸਪਿਨ ਅਪ ਵਾਲੇ ਤੇ ਦੋ ਸਪਿਨ ਡਾਊਨ ਵਾਲੇ ਤਾਂ ਅਸੀਂ ਇਹਨਾਂ ਵਿੱਚੋਂ ਕਿਸੇ ਇੱਕ ਦੀਆਂ ਐਂਟਰੀਆਂ ਦਾ ਅਧਿਐਨ ਕਰ ਸਕਦੇ ਹਾਂ ਅਧਿਐਨ ਕਰਦੇ ਹਾਂ ਇਹ 2x2 ਇਹ ਵੀ 2x2 ਦਾ ਮੈਟ੍ਰਿਕਸ ਹੈ ਜੋ ਸਪਿਨ ਦਰਸਾਉਂਦਾ ਹੈ ਇਸ ਦੇ ਅੰਦਰਲੇ ਪੋਲੀਮੈਟ੍ਰਿਕਸਾਂ ਦੁਆਰਾ ਸਪਿਨ ਦਰਸਾਇਆ ਜਾਂਦਾ ਹੈ ਜਿਹੜੇ ਪੋਲੀਮੈਟ੍ਰਿਕਸ ਇਹਨਾਂ ਦੇ ਵਿੱਚ ਲਿਖੇ ਗਏ ਨੇ ਉਹ ਸਪਿਨ ਨੂੰ ਦਰਸਾਉਂਦੇ ਨੇ ਤੇ ਜੇਕਰ ਅਸੀਂ ਚਾਰ ਸਾਈਆਂ ਦੇ ਸਾਈ ਪਲੱਸ ਅਤੇ ਸਾਈ ਮਾਈਨਸ ਵਾਲੇ ਦੋ ਖਾਨਿਆਂ ਨੂੰ ਕੁਝ ਦੇਰ ਦੇ ਲਈ ਭੁੱਲ ਜਾਈਏ ਤਾਂ ਅਸੀਂ ਸਿਰਫ ਇੱਕੋ ਸਾਈ ਪਲੱਸ ਦਾ ਅਧਿਐਨ ਕਰ ਸਕਦੇ ਹਾਂ ਜੋ ਅਲਫਾ ਮੈਟ੍ਰਿਕਸਾਂ ਦੇ ਚਾਰ ਖਾਨਿਆਂ ਵਿੱਚੋਂ ਇੱਕ ਵਿੱਚ ਸਥਿਤ ਪੋਲੀਮੈਟ੍ਰਿਕਸ ਵਾਂਗ ਸਪਿਨ ਹੁੰਦਾ ਹੈ
इस तरह डिराक इक्वेशन अनुमान लगाती है कि इलैक्ट्रॉन जो पॉजिटिव ऊर्जा रखते हैं जो दो ਵੱਖਰੀਆਂ ਕਿਸਮਾਂ ਦੇ ਵਿੱਚ ਆਉਂਦੇ ਹਨ ਜਿਹੜੀਆਂ ਸਾਈ ਪਲੱਸ ਅੰਦਰਲੇ ਉੱਪਰਲੇ ਅਤੇ ਹੇਠਲੇ ਕੰਪੋਨੈਂਟਾਂ ਦੇ ਨਾਲ ਵਾਸਤਾ ਰੱਖਦੀਆਂ ਹਨ ਜੋ ਸਪਿਨ ਹੁੰਦਾ ਹੈ। ਇਹ ਵੀ ਅਨੁਮਾਨ ਲਗਾਉਂਦੀ ਹੈ ਕਿ ਸਾਈ ਪਲੱਸ ਅਤੇ ਸਾਈ ਮਾਈਨਸ ਪੋਜ਼ਿਟਿਵ ਅਤੇ ਨੈਗੇਟਿਵ ਊਰਜਾ ਦੇ ਨਾਲ ਵਾਸਤਾ ਰੱਖਦੇ ਹਨ ਜੋ ਕ੍ਰਮਵਾਰ ਇਲੈਕਟ੍ਰੋਨ ਅਤੇ ਪੋਜ਼ਿਟਰੋਨ ਦੇ ਨਾਲ ਸੰਬੰਧਿਤ ਹਨ। ਨੈਗੇਟਿਵ ਊਰਜਾ ਦੇ ਸਾਗਰ ਵਿੱਚ ਖੱਡਾਂ ਪੋਜ਼ਿਟਰੋਨ ਹੁੰਦੇ ਹਨ। फोर बाई फोर मैट्रिक्स ये कुछ दर्शाते हैं। ਤੁਸੀਂ ਇਸ ਦੇ ਬਾਰੇ ਜਾਂ ਤਾਂ ਇਸ ਤਰੀਕੇ ਨਾਲ ਸੋਚ ਸਕਦੇ ਹੋ ਕਿ ਪੋਜ਼ਿਟਿਵ ਅਤੇ ਨੈਗੇਟਿਵ ਊਰਜਾ ਸਪਿਨ ਅਪ ਅਤੇ ਸਪਿਨ ਡਾਊਨ ਦੇ ਸਮੇਤ ਹੁੰਦੀ ਹੈ ਜਾਂ ਤੁਸੀਂ ਇਸ ਦੇ ਬਾਰੇ ਇਹ ਕਲਪਨਾ ਕਰ ਸਕਦੇ ਹੋ ਕਿ ਇਲੈਕਟ੍ਰੋਨ ਅਤੇ ਪੋਜ਼ਿਟਰੋਨ ਦੋਵੇਂ ਹੀ ਅੱਧਾ ਸਪਿਨ ਰੱਖਣ ਵਾਲੇ ਕਣ ਹਨ। ਇੱਕ ਗੱਲ ਤੇ ਹੋਰ ਵੀ ਧਿਆਨ ਦੇ ਸਕਦੇ ਹੋ ਕਿ ਸਪਿਨ ਨੂੰ ਮੈਟ੍ਰਿਕਸਾਂ ਦੇ ਵੱਡੇ ਦੋ ਖਾਨਿਆਂ ਦੇ ਵਿੱਚ ਦਰਸਾ ਕੇ ਹਰੇਕ ਖਾਨੇ ਦੇ ਅੰਦਰਲੀ ਊਰਜਾ ਨੂੰ ਅੰਦਰੂਨੀ ਦੋ ਖਾਨਿਆਂ ਰਾਹੀਂ ਪੋਜ਼ਿਟਿਵ ਅਤੇ ਨੈਗੇਟਿਵ ਹਿੱਸਿਆਂ ਵਿੱਚ ਵੀ ਦਰਸਾਇਆ ਜਾ ਸਕਦਾ ਹੈ। ਤਾਂ ਜਿਹੜੇ ਵੱਡੇ ਖਾਨੇ ਨੇ ਅਸੀਂ ਵੈਸੇ એનર્ਜੀ ਲਈ ਸੀ ਸਪਿਨ ਉਸਦੇ ਅੰਦਰਲੇ ਖਾਨੇ ਰਾਹੀਂ ਦਰਸਾਇਆ ਸੀ। ਇੱਥੇ ਅੰਦਰਲੇ ਖਾਨਿਆਂ ਦੇ ਰਾਹੀਂ એનર્ਜੀ ਨੂੰ ਤੇ ਸਪਿਨ ਨੂੰ ਵੱਡੇ ਦੋ ਜਿਹੜੇ ਖਾਨੇ ਨੇ ਜਿਨ੍ਹਾਂ ਦੇ ਵਿੱਚ ਚਾਰ ਨੇ ਅੱਗੇ ਹੋਰ ਉਹਨਾਂ ਰਾਹੀਂ ਵੀ ਉਲਟਾ ਕਰਕੇ ਦਰਸਾ ਸਕਦੇ ਹਾਂ। ਤਾਂ ਸਮੀਕਰਨਾਂ ਦੋ ਹੱਲ ਦਿੰਦੀਆਂ ਹਨ ਜਿਨ੍ਹਾਂ ਦੇ ਵਿੱਚੋਂ ਇੱਕ ਹੱਲ ਪੋਜ਼ਿਟਿਵ ਫ੍ਰੀਕੁਐਂਸੀ ਹੱਲ ਹੁੰਦਾ ਹੈ ਤੇ ਦੂਜਾ ਨੈਗੇਟਿਵ ਫ੍ਰੀਕੁਐਂਸੀ ਹੱਲ ਹੁੰਦਾ ਹੈ। ਸਾਈ ਪਲੱਸ ਅਤੇ ਸਾਈ ਮਾਈਨਸ ਦਾ ਜੋੜ ਪੋਜ਼ਿਟਿਵ ਫ੍ਰੀਕੁਐਂਸੀ ਦਿੰਦਾ ਤੇ ਇਹਨਾਂ ਦਾ ਡਿਫਰੈਂਸ ਹੈ ਜੋ ਇਹ ਨੈਗੇਟਿਵ ਫ੍ਰੀਕੁਐਂਸੀ ਦਿੰਦਾ। ਜਿਵੇਂ ਦੇਖਿਆ ਕਿ ਸਾਈ ਪਲੱਸ ਤੇ ਸਾਈ ਮਾਈਨਸ ਦਾ ਜੋੜ ਹੈ ਜਿਹੜਾ ਇਹ ਪੋਜ਼ਿਟਿਵ ਐਮ ਦਿੰਦਾ ਤੇ ਸਾਈ ਪਲੱਸ ਤੇ ਸਾਈ ਮਾਈਨਸ ਦਾ ਡਿਫਰੈਂਸ ਹੈ ਜਿਹੜਾ ਇਹ ਮਾਈਨਸ ਐਮ ਸਾਨੂੰ ਦਿੰਦਾ। ਤੇ ਪੋਜ਼ਿਟਿਵ ਫ੍ਰੀਕੁਐਂਸੀ ਦਾ ਅਰਥ ਪੋਜ਼ਿਟਿਵ ਊਰਜਾ ਅਤੇ ਨੈਗੇਟਿਵ ਫ੍ਰੀਕੁਐਂਸੀ ਦਾ ਅਰਥ ਨੈਗੇਟਿਵ ਊਰਜਾ ਹੁੰਦਾ। ਇਸ ਲਈ ਜੇਕਰ ਪੋਜ਼ਿਟਿਵ એનર્ਜੀ ਹੱਲ ਮਿਲਦਾ ਹੈ ਤਾਂ ਪੋਜ਼ਿਟਿਵ ਊਰਜਾ ਇਲੈਕਟ੍ਰੋਨ ਮਿਲਦੇ ਹਨ ਤੇ ਜੇ ਨੈਗੇਟਿਵ એનર્ਜੀ ਹੱਲ ਮਿਲਦਾ ਹੈ ਤਾਂ ਨੈਗੇਟਿਵ એનર્ਜੀ ਇਲੈਕਟ੍ਰੋਨ ਮਿਲਦੇ ਹਨ। ਨੈਗੇਟਿਵ ਊਰਜਾ ਵਾਲੇ ਇਲੈਕਟ੍ਰੋਨ ਫਰਮੀ ਸਾਗਰ ਦੇ ਸਾਰੇ ਨੈਗੇਟਿਵ એનર્ਜੀ ਵਾਲੇ ਇਲੈਕਟ੍ਰੋਨ ਭਰਨ ਦੇ ਕੰਮ ਆਉਂਦੇ ਹਨ ਜਿਸ ਵਿੱਚ ਨੈਗੇਟਿਵ એનર્ਜੀ ਕਣ ਭਰ ਕੇ ਡਿਰਾਕ ਸਾਗਰ ਦੀ ਊਰਜਾ ਨੂੰ ਹੋਰ ਵੀ ਨੈਗੇਟਿਵ ਕੀਤਾ ਜਾਂਦਾ ਹੈ। ਸਾਰੀਆਂ ਹੀ ਨੈਗੇਟਿਵ ਊਰਜਾ ਅਵਸਥਾਵਾਂ ਦੇ ਵਿੱਚ ਇਲੈਕਟ੍ਰੋਨ ਭਰਨੇ ਹੁੰਦੇ ਹਨ ਜੋ ਵੈਕਿਊਮ ਬਣ ਜਾਂਦਾ ਹੈ ਜਿਸ ਨੂੰ ਪੁਲਾੜ ਜਾਂ ਖਾਲੀ ਸਪੇਸ ਕਿਹਾ ਜਾਂਦਾ ਹੈ। ਇਸ ਦੇ ਵਿੱਚ ਹੋਰ ਜ਼ਿਆਦਾ ਕਣ ਨਹੀਂ ਰੱਖੇ ਜਾ ਸਕਦੇ ਕਿਉਂਕਿ ਇੱਕ ਕੁਆਂਟਮ ਅਵਸਥਾ ਦੇ ਵਿੱਚ ਸਿਰਫ ਇੱਕੋ ਕਣ ਰੱਖਿਆ ਜਾ ਸਕਦਾ ਹੈ। ਨੈਗੇਟਿਵ ਊਰਜਾ 0 ਤੋਂ ਘੱਟ ਹੁੰਦੀ ਹੈ ਅਤੇ ਪੋਜ਼ਿਟਿਵ ਊਰਜਾ 0 ਤੋਂ ਵੱਧ ਨੂੰ ਕਿਹਾ ਜਾਂਦਾ ਹੈ। ਪੁਲਾੜ ਜਿਸ ਨੂੰ ਵੈਕਿਊਮ ਕਹਿੰਦੇ ਆਪਾਂ ਨਿਊਨਤਮ એનર્ਜੀ ਵਾਲੀ ਅਵਸਥਾ ਹੁੰਦੀ ਹੈ ਕਿਉਂਕਿ ਇਸ ਦੇ ਵਿੱਚ ਸਾਰੇ ਹੀ ਨੈਗੇਟਿਵ એનર્ਜੀ ਵਾਲੇ ਕਣ ਭਰੇ ਹੁੰਦੇ ਹਨ। ਤਾਂ ਇਹ ਵੱਧ ਤੋਂ ਵੱਧ ਨੈਗੇਟਿਵ એનર્ਜੀ ਜਦੋਂ ਭਰ ਜਾਂਦੀ ਹੈ ਤਾਂ ਇਹ ਵੈਕਿਊਮ ਬਣ ਜਾਂਦਾ ਤੇ ਉਹ ਪੂਰਾ ਭਰ ਜਾਂਦਾ ਨੈਗੇਟਿਵ એનર્ਜੀ ਦੇ ਇਲੈਕਟ੍ਰੋਨਾਂ ਦੇ ਨਾਲ। ਫਿਰ ਕੋਈ ਨੈਗੇਟਿਵ એનર્ਜੀ ਇਲੈਕਟ੍ਰੋਨ ਨੂੰ ਚੁੱਕ ਕੇ ਪੋਜ਼ਿਟਿਵ એનર્ਜੀ ਸਟੇਟ ਦੇ ਵਿੱਚ ਰੱਖਣ ਦੇ ਨਾਲ ਡਿਰਾਕ ਸਾਗਰ ਅੰਦਰ ਇੱਕ ਨੈਗੇਟਿਵ એનર્ਜੀ ਵਾਲਾ ਕਣ ਗੁਆਚ ਜਾਂਦਾ ਹੈ ਜਿਸ ਦੇ ਨਾਲ ਬਾਹਰਲੇ ਸੰਸਾਰ ਵਿੱਚ ਇੱਕ ਪੋਜ਼ਿਟਿਵ એનર્ਜੀ ਵਾਲਾ ਕਣ ਬਣ ਜਾਂਦਾ ਤੇ ਅੰਦਰਲੇ ਸਾਗਰ ਅੰਦਰ ਇੱਕ ਖੱਡ ਪੈਦਾ ਹੋ ਜਾਂਦੀ ਹੈ ਜਿਸ ਨੂੰ ਪੋਜ਼ਿਟਰੋਨ ਕਿਹਾ ਜਾਂਦਾ ਹੈ। ਤਾਂ ਨੈਗੇਟਿਵ એનર્ਜੀ ਕਣਾਂ ਦੀ ਗੈਰ ਹਾਜ਼ਰੀ ਦੇ ਨਾਲ ਇਲੈਕਟ੍ਰੋਨ ਅਤੇ ਪੋਜ਼ਿਟਰੋਨ ਦਾ ਜੋੜਾ ਬਣਦਾ ਹੈ। ਨੈਗੇਟਿਵ એનર્ਜੀ ਦੀ ਗੈਰ ਹਾਜ਼ਰੀ ਪੋਜ਼ਿਟਿਵ એનર્ਜੀ ਹੁੰਦੀ ਹੈ ਤੇ ਨੈਗੇਟਿਵ એનર્ਜੀ ਇਲੈਕਟ੍ਰੋਨ ਦੀ ਹੋਂਦ ਪੋਜ਼ਿਟਿਵ એનર્ਜੀ ਵਾਲਾ ਇਲੈਕਟ੍ਰੋਨ ਹੁੰਦਾ ਹੈ ਤੇ ਨੈਗੇਟਿਵ એનર્ਜੀ ਇਲੈਕਟ੍ਰੋਨ ਦੀ ਅਣਹੋਂਦ ਨੈਗੇਟਿਵ એનર્ਜੀ ਵਾਲਾ ਇਲੈਕਟ੍ਰੋਨ ਹੁੰਦਾ ਹੈ।
ਇੱਥੇ ਨੈਗੇਟਿਵ એનર્ਜੀ ਦੀ ਜਿਹੜੀ ਹੋਂਦ ਹੈ ਉਹ ਇਲੈਕਟ੍ਰੋਨ ਦੀ એનર્ਜੀ ਉੱਥੇ ਪੋਜ਼ਿਟਿਵ ਹੁੰਦੀ ਹੈ ਤੇ ਨੈਗੇਟਿਵ એનર્ਜੀ ਇਲੈਕਟ੍ਰੋਨ ਦੀ ਅਣਹੋਂਦ ਹੈ, ਜੋ ਉਹਦੀ ਗੈਰ ਹਾਜ਼ਰੀ ਹੈ ਉਹ ਨੈਗੇਟਿਵ એનર્ਜੀ ਵਾਲਾ ਇਲੈਕਟ੍ਰੋਨ ਹੁੰਦਾ ਹੈ। ਇੱਥੇ ਉਲਟਾ ਹੈ, ਥੋੜਾ ਟ੍ਰਿਕੀ ਹੈ, ਕਨਫਿਊਜ਼ ਕਰ ਸਕਦੀ ਹੈ ਗੱਲ। ਧਿਆਨ ਦੇਣਾ ਕਿ ਨੈਗੇਟਿਵ એનર્ਜੀ ਵਾਲਾ ਇਲੈਕਟ੍ਰੋਨ ਜਦੋਂ ਹੁੰਦਾ ਹੈ ਤਾਂ ਉਹ ਪੋਜ਼ਿਟਿਵ એનર્ਜੀ ਵਾਲਾ ਇਲੈਕਟ੍ਰੋਨ ਬਣਦਾ ਤੇ ਨੈਗੇਟਿਵ એનર્ਜੀ ਵਾਲਾ ਇਲੈਕਟ੍ਰੋਨ ਨੈਗੇਟਿਵ એનર્ਜੀ ਵਾਲਾ ਇਲੈਕਟ੍ਰੋਨ ਹੁੰਦਾ ਹੈ। ਨੈਗੇਟਿਵ એનਰਜੀ ਦੀ ਜਦੋਂ ਗੈਰ ਹਾਜ਼ਰੀ ਹੈ ਉਦੋਂ ਉਹ ਨੈਗੇਟਿਵ એનਰਜੀ ਵਾਲਾ ਇਲੈਕਟ੍ਰੋਨ ਹੁੰਦਾ, ਜਿਸ ਨੂੰ ਪੋਜ਼ਿਟਿਵ એનਰਜੀ ਵਾਲਾ ਪੋਜ਼ਿਟਰੋਨ ਕਿਹਾ ਜਾਂਦਾ ਹੈ। ਤਾਂ ਇੱਥੇ ਪੋਜ਼ਿਟਰੋਨ ਦੇ ਮਾਮਲੇ ਵਿੱਚ ਇਹ એનਰਜੀ ਹੈ ਜਿਹੜੀ ਉਲਟੇ ਰੂਪ ਦੇ ਵਿੱਚ ਨੈਗੇਟਿਵ એનਰਜੀ ਵਾਲਾ ਇਲੈਕਟ੍ਰੋਨ ਦੀ ਗੈਰ ਹਾਜ਼ਰੀ ਪੋਜ਼ਿਟਰੋਨ ਦੀ ਹਾਜ਼ਰੀ ਹੈ। ਤਾਂ ਡਿਰਾਕ ਸਾਗਰ ਅੰਦਰ ਪੈਦਾ ਹੋਈ ਖੱਡ ਉਲਟ ਚਾਰਜ ਰੱਖਦੀ ਹੈ। ਇਹਦੇ ਚਾਰਜ ਸਿਮਟਰੀ ਦੀ ਤਰ੍ਹਾਂ ਇਸ ਨੂੰ ਦੋਵੇਂ ਅਵਸਥਾ ਦੇ ਵਿੱਚ ਲਿਆ ਜਾਂਦਾ। ਨੈਗੇਟਿਵ એનર્ਜੀ ਕਣਾਂ ਦੀ ਗੈਰ ਹਾਜ਼ਰੀ ਦੇ ਨਾਲ ਇਲੈਕਟ੍ਰੋਨ ਅਤੇ ਪੋਜ਼ਿਟਰੋਨ ਦਾ ਜੋੜਾ ਬਣਦਾ। ਇਸ ਤਰ੍ਹਾਂ ਅੱਧਾ ਸਪਿਨ ਕਣ ਪਾਰਟੀਕਲ ਅਤੇ ਐਂਟੀ ਪਾਰਟੀਕਲ ਜੋੜਿਆਂ ਦੇ ਵਿੱਚ ਆਉਂਦੇ ਹਨ। ਤਾਂ ਅੱਧਾ ਸਪਿਨ ਕਣ ਜਿਹੜੇ ਇਹ ਪਾਰਟੀਕਲ ਅਤੇ ਐਂਟੀ ਪਾਰਟੀਕਲ ਜੋੜਿਆਂ ਦੇ ਵਿੱਚ ਆਉਂਦੇ ਹਨ ਤੇ ਡਿਰਾਕ ਇਕੁਏਸ਼ਨ ਦਾ ਇਹ ਅਨੁਮਾਨ ਹੁੰਦਾ ਹੈ। ਸਾਡੇ ਕੋਲ ਅਮੂਰਤ ਗਣਿਤ ਦੇ ਨਾਲ ਕਈ ਉਦਾਹਰਨਾਂ ਹਨ ਜੋ ਇਸ ਪੋਜ਼ਿਟਿਵ ਅਤੇ ਨੈਗੇਟਿਵ ਊਰਜਾ ਅਤੇ ਸਪਿਨ ਬਾਰੇ ਦੱਸਦੀਆਂ ਹਨ। ਸਪਿਨ ਦੀ ਖੋਜ ਡਿਰਾਕ ਦੀ ਇਸ ਇਕੁਏਸ਼ਨ ਤੋਂ ਕੁਝ ਸਾਲ ਪਹਿਲਾਂ ਹੀ ਹੋਈ ਸੀ। ਇਸ ਦੇ ਨਾਲ ਸਾਡਾ ਅੱਜ ਦਾ ਇਹ ਭਾਗ ਸਮਾਪਤ ਹੁੰਦਾ ਹੈ ਤੇ ਇਸ ਤੋਂ ਬਾਅਦ ਇੱਕ ਨਵੀਂ ਕਿਸਮ ਦੀ ਚੀਜ਼ ਆਪਾਂ ਅਗਲੇ ਭਾਗ ਵਿੱਚ ਪੜ੍ਹਾਂਗੇ, ਲੈਗਰਾਂਜੀਅਨ ਫੀਲਡ ਫੰਕਸ਼ਨ। ਇਸ ਦੇ ਬਾਰੇ ਅੱਜ ਤੱਕ ਗੱਲ ਨਹੀਂ ਕੀਤੀ ਗਈ, ਜਿੰਨਾ ਵੀ ਕੁਆਂਟਮ ਮਕੈਨਿਕਸ ਦੇ ਕੋਰਸ ਵਿੱਚ ਵੀ ਇੰਨੀ ਇਸ ਦੇ ਬਾਰੇ ਗੱਲ ਨਹੀਂ ਹੋਈ ਤੇ ਕੁਆਂਟਮ ਫੀਲਡ ਥਿਊਰੀ ਦੇ ਵਿੱਚ ਵੀ ਇਸ ਦੇ ਬਾਰੇ ਪਹਿਲੀ ਵਾਰੀ ਗੱਲ ਹੋਏਗੀ। ਲੈਗਰਾਂਜੀਅਨ ਬੜਾ ਇਹ ਇੱਕ ਇੰਪੋਰਟੈਂਸ ਰੱਖਦਾ ਫਿਜ਼ਿਕਸ ਦੇ ਵਿੱਚ ਤੇ ਇਸ ਨੂੰ ਆਪਾਂ ਅਗਲੇ ਭਾਗ ਦੇ ਵਿੱਚ ਪੜ੍ਹਾਂਗੇ। ਤੇ ਭਾਗ 13 ਦੀ ਹੁਣ ਸਮਾਪਤੀ ਹੁੰਦੀ ਹੈ। ਵੀਡੀਓ ਦੇਖਣ ਦੇ ਲਈ ਧੰਨਵਾਦ। ਅਗਲਾ ਭਾਗ ਕੁਆਂਟਮ ਫੀਲਡ ਥਿਊਰੀ 14।